ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ, ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ ਜੀ, ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ, ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ, ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਧਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਧੀਰ ਨਿਹਾਲੂ ਤੁਲਸੀਆ, ਬੂਲਾ ਚੰਡੀਆ ਆਏ। ਸ਼੍ਰੀ ਗੁਰ ਅਰਜਨ ਸ਼ਰਨ ਕੋ, ਜਾਨੀ ਮਨ ਸੁਖ ਦਾਏ। ਧੀਰ ਨਿਹਾਲੂ ਤੁਲਸੀਆ, ਬੂਲਾ ਚੰਡੀਆ ਆਏ। ਸ਼੍ਰੀ ਗੁਰ ਅਰਜਨ ਸ਼ਰਨ ਕੋ, ਜਾਨੀ ਮਨ ਸੁਖ ਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ
ਭਗਤ ਵਛਲ ਗੁਰੂ ਗਰੀਬ ਨਿਵਾਜ, ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ। ਭਗਤ ਵਛਲ ਦਇਆ ਨਿਧ, ਦਾਸ ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਆਂ ਦੇ ਸਾਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਬੜੀ ਦਇਆ ਮਿਹਰਾਮਤ ਸਦਕਾ ਸਾਧ ਸੰਗਤ ਦੀਆਂ ਅਮੋਲਕ ਘੜੀਆਂ ਦਾ ਆਨੰਦ ਆਪਾਂ ਨਿਤਾ ਪ੍ਰਤੀ ਮਾਣਦੇ ਹਾਂ। ਜਿਨਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਲੜੀਵਾਰ ਰੂਪ ਅੰਦਰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਥਾ ਪ੍ਰਸੰਗ ਆਪਾਂ ਪਿਛਲੇ ਦੀਵਾਨ ਅੰਦਰ ਸ਼੍ਰਵਣ ਕੀਤਾ ਹੈ ਕਿ ਗਰੀਬ ਨਵਾਜ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਦੇ ਪਾਸ ਦੁਖ ਤਿਸੈ ਪਹਿ ਆਖੀਐ, ਸੂਖ ਜਿਸੈ ਹੀ ਪਾਸ। ਜਿੱਥੋਂ ਸੁੱਖ ਦੀ ਖਾਲਸਾ ਦੀ ਪ੍ਰਾਪਤੀ ਹੋਵੇ ਉੱਥੇ ਦੁੱਖ ਆਖਿਆ ਜਾਂਦਾ ਹੈ। ਜਿਹੜਾ ਦੁੱਖ ਮਿਟਣ ਦੀ ਸਮਰੱਥਾ ਰੱਖਦਾ ਹੈ, ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਦੇ ਪਾਸ ਬੇਅੰਤ ਜੀਵ ਆਪਣਾ ਭਲਾ ਲੋਚਦੇ ਹੋਏ ਹਜ਼ੂਰ ਦੇ ਚਰਨ ਪਰਸ ਰਹੇ ਹੈ। ਜਿਨ੍ਹਾਂ ਦੇ ਵਿੱਚੋਂ ਭਾਈ ਸਮੁੰਦਾ ਨਾਮ ਦਾ ਸਿੱਖ ਹਜ਼ੂਰ ਦੇ ਪਾਸ ਪਹੁੰਚਾ ਔਰ ਬੇਨਤੀ ਕੀਤੀ, ਮਹਾਰਾਜ ਵੀ ਮੈਨੂੰ ਵੀ ਉਪਦੇਸ਼ ਬਖਸ਼ ਕਰਕੇ ਨਿਹਾਲ ਕਰੋ। ਮਨ ਵਿੱਚ ਇਹ ਇੱਛਾ ਜਾਣਨ ਦੀ ਵੀ ਸਨਮੁਖ ਅਤੇ ਮਨਮੁਖ 'ਚ ਕੀ ਫਰਕ ਹੈ, ਬੇਮੁਖ ਕੌਣ ਹੈ, ਸਨਮੁਖ ਕੌਣ ਹੈ। ਜੇ ਪਤਾ ਲੱਗ ਜਾਵੇ ਤਾਂ ਮਹਾਰਾਜ ਮੈਂ ਵੀ ਸਨਮੁਖੀ ਬਣਾ, ਬੇਮੁਖ ਵਾਲੇ ਪਾਸੇ ਨਾ ਤੁਰਾਂਗਾ। ਗਰੀਬ ਨਵਾਜ ਮਹਾਰਾਜ ਨੇ ਦੱਸਿਆ ਪ੍ਰਮਾਣ ਦੇ ਕੇ ਵੀ ਜਿਵੇਂ ਕੋਈ ਸ਼ਾਹੂਕਾਰ ਭੇਜ ਦੇਵੇ ਆਪਣੇ ਕਿਸੇ ਨੌਕਰ ਨੂੰ ਕੋਈ ਵਸਤੂ ਲੈਣ ਵਾਸਤੇ, ਅਤੇ ਉਹ ਸੋਹਣਾ ਵਪਾਰ ਖੱਟੇ, ਮਾਇਆ ਖਰਚ ਕੇ ਵਸਤੂ ਜੋ ਵੀ ਕੰਮ ਆਖਿਆ ਉਹ ਕਰ ਦੇਵੇ ਅਤੇ ਜਾ ਕੇ ਸ਼ਾਹੂਕਾਰ ਨੂੰ ਖਿੜੇ ਮੱਥੇ ਮਿਲਦਾ, ਉਹ ਸਨਮੁਖ ਹੁੰਦੇ ਹੈ। ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਸਾਨੂੰ ਭੇਜਿਆ ਸੰਸਾਰ 'ਤੇ ਪ੍ਰਾਣੀ ਤੋਂ ਆਇਓ ਲਾਹਾ ਲੈਣ, ਅਤੇ ਜਿਸ ਸਵਾਸਾਂ ਦੀ ਪੂੰਜੀ ਦੇ ਇਵਜ ਪ੍ਰਾਣੀ ਇੱਥੋਂ ਨਾਮ ਖੱਟ ਕੇ ਲਿਜਾਂਦਾ ਉਹ ਸਨਮੁਖ ਹੈ, ਅਤੇ ਜਿਹੜਾ ਪਰਮੇਸ਼ਰ ਦੀ ਕਈ ਨੂੰ ਭੁਲਾ ਕਰਕੇ ਮਨ ਮਰਜ਼ੀਆਂ ਕਰਦਾ ਉਹ ਬੇਮੁਖ ਹੈ। ਇਸ ਤਰ੍ਹਾਂ ਹੋਰ ਵੀ ਬੜੇ ਸਿੱਖਾਂ ਨੂੰ ਜਿਵੇਂ ਕੁੱਲਾ ਭੁੱਲਾ ਅਤੇ ਭਾਈ ਭਗੀਰਥ ਆਦਿਕ ਇਹਨਾਂ ਸਿੱਖਾਂ ਵੀ ਬੇਨਤੀ ਕੀਤੀ, ਮਹਾਰਾਜ ਵੀ ਇਹੋ ਜਿਹੀ ਦਇਆ ਕਰੋ, ਤੁਹਾਡੀ ਸ਼ਰਨ ਆਏ ਹਾਂ ਵੀ ਮੁੜ ਕੇ ਜੰਮਣ ਮਰਨ ਨਾ ਹੋਵੇ, ਕਲਿਆਣ ਦੀ ਮੁਕਤੀ ਦੀ ਦਾਤ ਬਖਸ਼ੋ। ਦਇਆ ਨਿਧ ਪਾਤਸ਼ਾਹ ਜੀਆਂ ਮਿਹਰਾਮਤ ਕੀਤੀ ਅਤੇ ਮਹਾਰਾਜ ਕਹਿੰਦੇ ਭਾਈ ਮਨਮੁਖ ਬਣਾਂਗੇ ਅਤੇ ਜੂਨੀਆਂ 'ਚ ਭਟਕਣਾ ਪਵੇਗਾ, ਜੇ ਗੁਰਮੁਖ ਬਣ ਜਾਈਏ ਅਤੇ ਜਨਮ ਮਰਨ ਨਹੀਂ ਗੁਰਮੁਖਾਂ ਨੂੰ। ਫਿਰ ਮਹਾਰਾਜ ਨੇ ਦੱਸਿਆ ਵੀ ਗੁਰਮੁਖ ਵੀ
ਤਿੰਨ ਤਰ੍ਹਾਂ ਦੇ ਹੈ। ਇੱਕ ਗੁਰਮੁਖ ਸਧਾਰਨ ਹੈ, ਤੇ ਗੁਰਮੁਖ ਤਾਰੈ, ਗੁਰਮੁਖ ਤਾਮੈ। ਵੀ ਜਿਹੜੇ ਪਰਮੇਸ਼ਰ ਦਾ ਨਾਮ ਭਜਨ ਸਿਮਰਨ ਕਰਦੇ ਹੈ ਤੇ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨਾਂ ਨੂੰ ਮੰਨਦੇ ਹੈ, ਉਹ ਗੁਰਮੁਖ ਹੈ ਜਿਨ੍ਹਾਂ ਨੇ ਗੁਰੂ ਨੂੰ ਮੁੱਖ ਕੀਤਾ ਹੈ। ਤੇ ਜਿਹੜੇ ਕੋਈ ਆ ਪਰਾਏ ਦਾ ਭਲਾ ਕਰਦੇ ਹੈ, ਤੇ ਜੇ ਕੋਈ ਉਹਨਾਂ ਨੂੰ ਪ੍ਰੇਮ ਕਰਦਾ ਹੈ ਤਾਂ ਵੀ ਠੀਕ ਹੈ, ਜੇ ਨਹੀਂ ਕਰਦਾ ਤੇ ਤਾਂ ਵੀ ਉਹਦਾ ਭਲਾ ਕਰਦੇ, ਉਹ ਗੁਰਮੁਖ ਤਾਰ ਹੈ। ਇੱਕ ਗੁਰਮੁਖ ਤਾਮ ਹੈ ਵੀ ਜੇ ਉਹਨਾਂ ਦੀ ਕੋਈ ਮਾੜੀ ਵੀ ਕਰਿਓ ਤਾਂ ਵੀ ਉਹਦਾ ਭਲਾ ਹੀ ਕਰਦੇ ਹੈ। ਇਸ ਤਰ੍ਹਾਂ ਮਨਮੁਖ ਵੀ ਹੈ ਵੀ ਜਿਹੜਾ ਕਿਸੇ ਦੇ ਸੁੱਖ ਨੂੰ ਵੇਖ ਕੇ ਦੁਖੀ ਹੁੰਦਾ ਹੈ, ਉਹ ਮਨਮੁਖ ਹੈ ਜਿਹਨੇ ਮਨ ਨੂੰ ਮੁੱਖ ਕੀਤਾ ਹੈ। ਤੇ ਜਿਹੜੇ ਮਹਾਰਾਜ ਕਹਿੰਦੇ ਕੋਈ ਧਰਮ ਨਹੀਂ ਰੱਖਦੇ, ਨਿੰਦਿਆ ਕਰਦੇ ਆ ਧਰਮੀ ਲੋਕਾਂ ਦੀ, ਧਰਮ ਦੀ ਵੀ ਨਿੰਦਾ ਕਰਦੇ ਵੀ ਧਰਮ ਕੌਣ ਹੈ ਅਸੀਂ ਨਹੀਂ ਜਾਣਦੇ, ਕਿਸੇ ਦਾ ਭਲਾ ਹੁੰਦਾ ਵੇਖ ਕੇ ਦੁੱਖ ਮਨਾਉਂਦੇ ਆ, ਇਹੋ ਜਿਹੇ ਜਿਹੜੇ ਹੁੰਦੇ ਆ ਉਹ ਗੁਰਮੁਖ ਤਾਮ ਹੈ। ਵਾਹਿਗੁਰੂ ਗੁਰਮੁਖ ਤਾਰ ਹੈ। ਫਿਰ ਗਰੀਬ ਨਵਾਜ ਜੀ ਨੇ ਦੱਸਿਆ ਵੀ ਜੇ ਕਿਸੇ ਦਾ ਭਲਾ ਹੁੰਦਾ ਹੈ ਉਹਦਾ ਤਾਂ ਠੀਕ ਹੈ, ਬਗਾਨੇ ਦਾ ਤੇ ਆਪਦੇ ਸਕੇ ਦਾ ਵੀ, ਮਿੱਤਰ ਦਾ ਵੀ, ਭਰਾ ਦਾ ਵੀ, ਮਾਂ ਬਾਪ ਦਾ, ਤੇ ਕਿਸੇ ਪ੍ਰੇਮੀ ਦਾ ਭਲਾ ਹੁੰਦਿਆਂ ਵੇਖ ਕੇ ਵੀ ਜਿਹੜੇ ਦੁਖੀ ਹੋਣ, ਉਹ ਗੁਰਮੁਖ ਤਾਮ ਮਨਮੁਖ ਤਾਮ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਤਿੰਨ ਤਰ੍ਹਾਂ ਦੇ ਗੁਰਮੁਖ ਤੇ ਤਿੰਨ ਤਰ੍ਹਾਂ ਦੇ ਮਨਮੁਖ ਇਹਨਾਂ ਨੂੰ ਦੱਸੇ। ਗਰੀਬ ਨਵਾਜ ਮਹਾਰਾਜ ਦਾ ਉਪਦੇਸ਼ ਲੈ ਕੇ ਨਿਹਾਲੋ ਨਿਹਾਲ ਹੋਏ। ਭਾਈ ਲਾਲੂ, ਭਾਈ ਬਾਲੂ ਨਾਮ ਦੇ ਇਹ ਜਿਨ੍ਹਾਂ ਨੂੰ ਮਹਾਰਾਜ ਜੀਆਂ ਨੇ ਇੱਕ ਹਰਦਾਸ ਤੀਜਾ, ਇਹਨਾਂ ਨੂੰ ਵੀ ਮਹਾਰਾਜ ਜੀਆਂ ਨੇ ਬੜੀ ਦਇਆ ਕੀਤੀ ਵੀ ਨੀਵਾਂ ਹੋ ਕੇ ਚੱਲਣਾ ਹੈ, ਮਿੱਠਾ ਬਚਨ ਬੋਲਣਾ ਹੈ। ਤੋ ਇਸ ਤਰ੍ਹਾਂ ਦੇ ਉਪਦੇਸ਼ ਗਰੀਬ ਨਵਾਜ ਜੀ ਸਭ ਸੰਗਤਾਂ ਨੂੰ, ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਜੀਵਾਂ ਦੀ ਕਲਿਆਣ ਵਾਸਤੇ ਜਿਹੜਾ ਵਾ ਦਇਆ ਕਰ ਰਹੇ ਆ। ਅੱਗੇ ਜਿਵੇਂ ਖਾਲਸਾ ਜੀ ਗੁਰਸਿੱਖਾਂ ਗੁਰਮੁਖਾਂ ਦੇ ਜੇ ਹੋਰ ਪ੍ਰਸੰਗ ਰਹਿੰਦੇ ਆ ਉਹ ਅੱਜ ਆ ਰਹੇ ਆ। ਭਾਈ ਧੀਰ, ਨਿਹਾਲੂ, ਤੁਲਸੀਆ ਆਦਿਕ ਸਿੱਖਾਂ ਦੇ ਜਿਵੇਂ ਆਉਂਦੇ ਆਪਾਂ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰਦਿਆਂ ਹੋਇਆਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਧੀਰ ਨਿਹਾਲੂ ਤੁਲਸੀਆ। ਤੋ ਕਵੀ ਜੀ ਅੱਗੇ ਦੱਸਦੇ ਆ ਮਹਾਰਾਜ ਪਾਸ ਹੋਰ ਸਿੱਖ ਆਏ, ਜਿਨ੍ਹਾਂ ਵਿੱਚ ਭਾਈ ਜਿਹੜਾ ਨਿਹਾਲੂ ਜੀ ਬੜੇ ਧੀਰਜ ਵਾਲਾ, ਭਾਈ ਤੁਲਸੀਆ ਜੀ ਆਏ ਹਨ। ਬੂਲਾ ਚੰਡੀਆ ਆਏ। ਭਾਈ ਬੂਲਾ ਜੀ, ਭਾਈ ਚੰਡੀਆ ਜੀ ਮਹਾਰਾਜ ਪਾਸ ਪਹੁੰਚੇ ਆ। ਸ਼੍ਰੀ ਗੁਰ ਅਰਜਨ ਸ਼ਰਨ ਕੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਪਵਿੱਤਰ ਜਿਹੜੀ ਹਜ਼ੂਰੀ ਹੈ, ਚਰਨ ਸ਼ਰਨ ਹੈ। ਜਾਨੀ ਮਨ ਸੁਖ ਦਾਏ। ਜਾਣਿਆ ਵੀ ਮਨ ਨੂੰ ਸਾਰੇ ਸੁੱਖਾਂ ਦੀ ਦਾਤੀ ਹੈ, ਜਾਂ ਮਨ ਕਰਕੇ ਜਾਣਿਆ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਜਿਹੜੀ ਚਰਨ ਸ਼ਰਨ ਹੈ ਉਹ ਸਾਰਿਆਂ ਨੂੰ ਬੜੇ ਡਾਢੇ ਸੁੱਖ ਦੇਣ ਵਾਲੀ ਸੁੱਖਾਂ ਦੀ ਦਾਤੀ ਹੈ। ਚਉਪਈ ਬੈਠ ਨਿਕਟ ਗੁਰ ਸਤਿਗੁਰ ਕੇ ਸੋਏ। ਤੇ ਇਹ ਸਾਰੇ ਜਾਣੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਲਾਗੇ ਹੋ ਕਰ ਬੈਠ ਕਰ। ਕੀਰਤਨ ਹੋਤ ਸ਼ਰਵਣ ਹੋਏ ਹੋ ਜੋਏ। ਤੇ ਕੀਰਤਨ ਹੋ ਰਿਹਾ ਸੀ ਜਦੋਂ ਇਹ ਪਹੁੰਚੇ ਨਾ ਮਹਾਰਾਜ ਦੀ ਹਜ਼ੂਰੀ 'ਚ, ਤੇ ਗੁਰਮੁਖ ਰਾਗੀ ਸਿੱਖ ਜਿਹੜੇ ਉਹ ਸੋਹਣਾ ਸ਼ਬਦ ਦਾ ਕੀਰਤਨ ਕਰ ਰਹੇ ਸਨ। ਸ਼੍ਰੀ ਨਾਨਕ ਕੀ ਉਪਮਾ ਮਹਾ। ਜਿਸ ਕੀਰਤਨ ਦੇ ਸ਼ਬਦਾਂ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬੜੀ ਸੋਭਾ ਕੀਤੀ ਜਾ ਰਹੀ ਹੈ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨ ਭਾਈ। ਗੁਰ ਪਰਮੇਸ਼ਰ ਏਕੋ ਜਾਨ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੁ ਲੋਏ। ਪਰਮ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ। ਗੁਰ ਦਾਤਾ ਗੁਰ ਸੂਰਮਾ
ਇਹੋ ਜਿਹੇ ਪਾਵਨ ਪਵਿੱਤਰ ਸੋਭਾ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਮਹਿਮਾ ਦੇ ਬਚਨ ਕੀਰਤਨ ਵਿੱਚ ਗਾਏ ਜਾ ਰਹੇ ਹਨ। ਸੁਣਤ ਵਿਚਾਰਤ ਬੈਠੇ ਤਹਾਂ। ਇਹ ਜਿਹੜੇ ਇਹ ਵਿਦਵਾਨ ਸਨ ਬਹੁਤ, ਭਾਈ ਬੂਲਾ ਤੇ ਜਾਂ ਭਾਈ ਚੰਡੀਆ ਜੀ ਵਰਗੇ, ਤੁਲਸੀਆ ਵਰਗੇ ਕੀਰਤਨ ਦੇ ਰਾਗ ਵਿਦਿਆ ਦੇ ਧਨੀ ਸੀ ਤੇ ਰਾਗ ਵਿਦਿਆ ਵੀ ਸਮਝਦੇ ਸੀ ਤੇ ਸ਼ਬਦਾਂ ਦੇ ਅਰਥ ਵੀ ਸਮਝ ਲੈਂਦੇ ਸਨ। ਜਦੋਂ ਕੀਰਤਨ ਹੋ ਰਹੇ ਆ, ਕੀਰਤਨ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੋਭਾ ਪਈ ਹੋਵੇ, ਇਹ ਸਾਰਾ ਕੀਰਤਨ ਸੁਣ ਸੁਣ ਕੇ ਇਹਦਾ ਵਿਚਾਰ ਸਿਧਾਂਤ ਸਮਝ ਰਹੇ ਆ। ਸਭ ਕੇ ਔਰ ਸੰਸੈ ਹੋਇਆ ਵਾ। ਤੇ ਇਹਨਾਂ ਸਾਰਿਆਂ ਦੇ ਮਨ ਵਿੱਚ ਇੱਕ ਸੰਸਾ ਗੁਰਬਾਣੀ ਸੁਣ ਕੇ ਪੈਦਾ ਹੋਇਆ ਹੈ। ਨਰ ਗਣ ਪ੍ਰਥਮ ਝਗਰ ਜਿਮ ਪਾਵਾ। ਇਹਨਾਂ ਦੇ ਮਨ ਵਿੱਚ ਵੀ ਉਹੀ ਸੰਸਾ ਪੈਦਾ ਹੋਇਆ, ਜਿਸ ਸੰਸੇ ਜਿਹੜਾ ਸ਼ੰਕਾ ਬੜਿਆਂ ਮਨਮੁਖਾਂ ਲੋਕਾਂ ਦੇ ਮਨ ਵਿੱਚ ਵੀ ਹੈ। ਤੇ ਪਹਿਲਾਂ ਵੀ ਬੜੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਬੜਾ ਸੰਸਾਰ ਇਸੇ ਗੱਲ ਤੇ ਝਗੜਦਾ ਆਇਆ ਹੈ। ਹਾਥ ਜੋਰ ਸੋ ਬੂਝਣ ਲਾਗੇ। ਉਹ ਜਿਹੜਾ ਮਨ ਵਿੱਚ ਖਾਲਸਾ ਜੀ ਭਰਮ ਸ਼ੰਕਾ ਪੈਦਾ ਹੋਇਆ ਨਾ, ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹੱਥ ਜੋੜ ਕਰਕੇ ਪੁੱਛਣ ਲੱਗ ਪਏ ਆ। ਸਿੱਖ ਬਣਨ ਮਹਿ ਮਨ ਅਨੁਰਾਗੇ। ਜਿਨ੍ਹਾਂ ਦਾ ਮਨ ਸਿੱਖੀ ਧਾਰਨ ਦੇ ਵਿੱਚ ਜਾਂ ਮਹਾਰਾਜ ਦੇ ਸਿੱਖ ਬਣਨ ਵਿੱਚ ਬੜਾ ਅਨੁਰਾਗੀ ਪ੍ਰੇਮੀ ਹੈ। ਸੁਨਹਾ ਗੁਰੂ ਜੀ ਲੋਕ ਅਨੇਕ। ਕਹਿਣ ਲੱਗੇ ਹੱਥ ਬੰਨ੍ਹ ਕੇ, ਹੇ ਪਾਤਸ਼ਾਹ, ਇੱਕ ਸਾਡੀ ਬੇਨਤੀ, ਸਾਡੇ ਮਨ ਵਿੱਚ ਸ਼ੰਕਾ ਹੈ। ਉਹ ਸ਼ੰਕਾ ਇਹ ਹੈ ਮਹਾਰਾਜ ਵੀ ਜਿਹੜੇ ਬੜੇ ਲੋਕ ਹੈ, ਬੜੇ ਸੰਸਾਰ ਤੇ ਜੀਵ ਹਨ, ਇਹੋ ਜਿਹੇ ਮਨੁੱਖ ਹੈ ਮੇਰਾ ਕਰ ਝਗਰਤ ਹੀਨ ਵਿਵੇਕ। ਗਿਆਨ ਤੋਂ ਹੀਣੇ ਹੋਣ ਕਰਕੇ ਆਪਸ ਵਿੱਚ ਵਾਦ ਵਿਵਾਦ ਕਰਦੇ ਆ, ਬਹਿਸਬਾਜ਼ੀ ਕਰਦੇ ਆ ਤੇ ਇਸ ਗੱਲ ਤੇ ਉਹ ਵੀ ਬੜਾ ਝਗੜਾ ਕਰਦੇ ਆ ਜਿਹੜੀ ਸਾਡੇ ਮਨ ਵਿੱਚ ਆਈ ਹੈ। ਤਿੰਨ ਮਹ ਬੈਠਤ ਭਇਓ ਸੰਦੇਹੂ। ਉਹਨਾਂ ਦੇ ਮਨ ਵਿੱਚ ਸੰਸਾ ਬੈਠਾ ਹੋਇਆ ਤੇ ਜਿਹੜਾ ਸੰਸਾ ਬੜੇ ਲੋਕਾਂ ਦੇ ਮਨ ਵਿੱਚ ਹੈ, ਉਹ ਸ਼ੰਕਾ ਮਹਾਰਾਜ ਸਾਡੇ ਮਨ ਵਿੱਚ ਵੀ ਹੈ। ਤੁਮ ਸਰਭਾਗਿਆ ਸੋ ਉੱਤਰ ਦੇਹੂ। ਤੇ ਤੁਸੀਂ ਮਹਾਰਾਜ ਸਰਬ ਗਿਆਤੇ ਹੋ, ਸਾਡੇ ਮਨ ਵਿੱਚ ਆਏ ਹੋਏ ਸ਼ੰਕੇ ਨੂੰ ਨਿਵਰਤ ਕਰੋ ਤੇ ਸਾਡੇ ਸ਼ੰਕੇ ਦਾ ਉੱਤਰ ਦੇਣਾ ਕਰੋ ਪਾਤਸ਼ਾਹ ਜੀ। ਕੇਤਿਕ ਗੁਰੂ ਨਾਨਕ ਅਵਤਾਰ। ਤੋ ਮਹਾਰਾਜ ਕਹਿੰਦੇ, ਦੱਸੋ ਭਾਈ, ਤੁਹਾਡੇ ਮਨ ਵਿੱਚ ਤੁਲਸੀਆ ਜੀ ਕੀ ਸ਼ੰਕਾ ਹੈ? ਇਹ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ, ਸ਼ੰਕਾ ਸਾਡੇ ਮਨ ਵਿੱਚ ਇਹ ਹੈ ਵੀ ਕਿੰਨੇ ਕੁ ਜਿਹੜੇ ਵੈ ਸੰਸਾਰ ਦੇ ਲੋਕ ਹੈ, ਉਹ ਇਹ ਗੱਲ ਕਹਿੰਦੇ ਹੈ ਵੀ ਜਿਹੜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹੋਏ ਹੈ, ਗੁਰੂ ਨਾਨਕ ਮਹਾਰਾਜ ਦਾ ਜਿਹੜਾ ਅਵਤਾਰ ਹੋਇਆ ਹੈ। ਜਨਕ ਆਦਿਕ ਕੇ ਕਰਹਿ ਉਚਾਰ। ਉਹ ਕਹਿੰਦੇ ਜਨਕ ਆਦਿਕ ਵੀ ਜਿਹੜਾ ਰਾਜਾ ਜਨਕ ਹੋਇਆ ਮਿਥਿਲਾਪੁਰੀ ਦਾ ਪਤੀ, ਉਹ ਜਨਕ ਰਾਜੇ ਦਾ ਅਵਤਾਰ ਗੁਰੂ ਨਾਨਕ ਪਾਤਸ਼ਾਹ ਸਨ। ਕੇਤਿਕ ਕਹੈ ਵਿਸ਼ਨ ਕੋ ਰੂਪ। ਤੇ ਕਈ ਲੋਕ ਕਹਿੰਦੇ ਨਹੀਂ ਨਹੀਂ, ਉਹ ਜਨਕ ਰਾਜੇ ਦਾ ਨਹੀਂ ਅਵਤਾਰ ਸਨ, ਉਹ ਵਿਸ਼ਨੂੰ ਦਾ ਅਵਤਾਰ ਹੋਏ ਆ ਸੰਸਾਰ ਦੇ ਅੰਦਰ, ਵਿਸ਼ਨੂੰ ਦਾ ਰੂਪ ਸਨ ਗੁਰੂ ਨਾਨਕ ਸਾਹਿਬ ਜੀ। ਧਰ ਕਰ ਕੀਨੇ ਚਲਤ ਅਨੂਪ। ਜਿਨ੍ਹਾਂ ਨੇ ਵਿਸ਼ਨੂੰ ਅਵਤਾਰ ਤੋਂ ਗੁਰੂ ਨਾਨਕ ਪਾਤਸ਼ਾਹ ਅਵਤਾਰ ਧਾਰਿਆ ਤੇ ਕਿੰਨੇ ਜਿਹੜੇ ਵੈ ਕੌਤਕ ਸੰਸਾਰ ਦੇ ਵਿੱਚ ਕੀਤੇ ਹੈ, ਉਪਮਾ ਤੋਂ ਰਹਿਤ ਹੀ। ਇਤਿਆਦਿਕ ਬਹੁ ਕਹੈ ਬਨਾਏ। ਤੋ ਖਾਲਸਾ ਜੀ ਇਹ ਬੇਨਤੀ ਕਰਦੇ ਪਏ ਆ ਵੀ ਮਹਾਰਾਜ, ਇਸ ਤੋਂ ਆਦਿਕ ਹੋਰ ਵੀ ਬੜੀਆਂ ਗੱਲਾਂ ਸੰਸਾਰ ਤੇ ਵੀ ਥੋੜ੍ਹੇ ਹੀ ਆ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਜਿਵੇਂ ਪਰਮੇਸ਼ਰ ਮੰਨ ਰਹੇ ਆ, ਤੇ ਥੋੜ੍ਹੇ ਜਾਂ ਕੁਝ ਇਹੋ ਜਿਹੇ ਆ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਅਵਤਾਰ ਮੰਨਦਾ ਹੈ, ਕੋਈ ਅਵਤਾਰ ਮੰਨਦਾ ਹੈ। ਨਿਰਣੈ ਬਾਤ ਨਹੀਂ ਹਮ ਪਾਏ। ਤੇ ਮਹਾਰਾਜ ਸਾਨੂੰ ਅੱਜ ਤੀਕਰ ਕਿਸੇ ਗੱਲ ਦਾ ਨਿਰਣਾ ਨਹੀਂ ਪ੍ਰਾਪਤ ਹੋਇਆ ਵੀ ਗੁਰੂ ਨਾਨਕ ਪਾਤਸ਼ਾਹ ਕਿਸ ਦਾ ਅਵਤਾਰ ਸਨ। ਕਿਰਪਾ ਕਰਹਾ ਅਬ ਆਪ ਬਤਾਵਾ। ਤੇ ਸਾਡੇ ਤੇ ਦਇਆ ਕਰੋ, ਸਾਨੂੰ ਆਪ ਕਿਰਪਾ ਕਰਕੇ ਬਖਸ਼ੋ ਮਹਾਰਾਜ, ਸਾਡਾ ਸੰਸਾਰ ਨਿਵਰਤ ਕਰ ਦਿਓ ਜੀ। ਕਿਹੋ ਅਵਤਾਰ ਭੇਦ ਸਮਝਾਵਾ। ਹਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਹਦਾ ਅਵਤਾਰ ਸਨ, ਸਾਨੂੰ ਕਿਰਪਾ ਕਰਕੇ ਸਮਝਾ ਦਿਓ ਸਾਰਾ ਭੇਦ। ਸੁਣ ਕਰ ਉਪਜਹਿ ਸਿਦਕ ਹਮਾਰੇ। ਤਾਂ ਕਿ ਸੁਣ ਕੇ ਤੁਹਾਡੇ ਮੁਖੋਂ ਬਚਨ ਤੇ ਸਾਡੇ ਹਿਰਦੇ ਵਿੱਚ ਸਿਦਕ ਆ ਜਾਵੇ, ਅਸੀਂ ਤੁਹਾਡੀ ਗੱਲ ਸੁਣ ਕੇ ਤੁਹਾਡਾ ਵਿਚਾਰ, ਤੁਹਾਡਾ ਉਪਦੇਸ਼ ਤੇ ਪੱਲੇ ਬੰਨ੍ਹ ਲਈਏ, ਸਾਡੀ ਵੀ ਸ਼ਰਧਾ ਮਹਾਰਾਜ ਤੇ ਵੱਧ ਆਵੇਗੀ।
ਪਰ ਹੈ ਪੰਥ ਸੁਖ ਪ੍ਰਾਪਤ ਸਾਰੇ। ਤੇ ਅਸੀਂ ਵੀ ਤੁਹਾਡੇ ਚਲਾਏ ਸਿੱਖੀ ਪੰਥ ਤੇ ਚੱਲਾਂਗੇ ਤੇ ਸਾਨੂੰ ਵੀ ਮਹਾਰਾਜ ਸ਼ੰਕੇ ਤੋਂ ਰਹਿਤ ਹੋ ਕਰਕੇ ਸਾਰੇ ਸੁੱਖਾਂ ਦੀ ਦਾਤ ਮਿਲ ਜਾਵੇਗੀ। ਚਿਰੰਕਾਲ ਕੋ ਇਹੋ ਸੰਦੇਹੂ। ਕਿਉਂਕਿ ਇਹ ਮਹਾਰਾਜ ਅੱਜ ਦਾ, ਐਨਕਾਂ ਲਾ ਲਿਆ ਕਰਨਾ, ਤੈਨੂੰ ਕਿੰਨੀ ਵਾਰੀ ਕਿਹਾ, ਇਹ ਅੱਜ ਦਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਬੜੇ ਸਮੇਂ ਤੋਂ ਹੀ ਇਹ ਸੰਸਾਰ ਜੀਵਾਂ ਦੇ ਵਿੱਚ ਬਣਿਆ ਹੋਇਆ। ਬੜੇ ਲੋਕ ਇਸ ਗੱਲ ਤੋਂ ਝਗੜਾ ਕਰਦੇ ਆ। ਬਹੁਤ ਨਰਨ ਕੈ ਮੇਟਾ ਇਹੂ। ਤੇ ਜਿਹੜਾ ਸਾਰਿਆਂ ਬਹੁਤਿਆਂ ਮਨੁੱਖਾਂ ਦੇ ਮਨ ਵਿੱਚ ਇਹ ਸੰਸ਼ਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਿਹਦਾ ਅਵਤਾਰ ਸਨ, ਅੱਜ ਆਪ ਦਇਆ ਕਰੋ, ਸਾਰਿਆਂ ਦੇ ਮਨ ਦੇ ਸ਼ੰਕੇ ਨਿਵਰਤ ਕਰ ਦਿਓ। ਸਾਡੇ ਗੱਲ ਦਾ, ਸਾਡੇ ਸ਼ੰਕੇ ਦਾ ਉੱਤਰ ਦੇ ਕਰਕੇ। ਸ਼੍ਰੀ ਅਰਜਨ ਸੁਣ ਗਿਰਾ ਬਖਾਨੀ। ਤੋ ਖਾਲਸਾ ਜੀ ਇਹਨਾਂ ਤੋਂ ਸੁਣ ਕਰ ਪਾਤਸ਼ਾਹ ਮਹਾਰਾਜ ਨੇ ਇਹਨਾਂ ਨੂੰ ਫਿਰ ਉੱਤਰ ਦਿੱਤਾ, ਇਉਂ ਬਚਨ ਕੀਤਾ ਹੈ। ਸ਼੍ਰੀ ਸਤਿਗੁਰ ਨਾਨਕ ਗੁਣ ਖਾਨੀ। ਕਿ ਭਾਈ ਗੁਰਸਿੱਖੋ, ਧੰਨ ਗੁਰੂ ਨਾਨਕ ਪਾਤਸ਼ਾਹ ਸੁਭਾਏਮਾਨ ਸੱਚੇ ਗੁਰੂ, ਉਹ ਤਾਂ ਗੁਣਾਂ ਦੀ ਖਾਣ ਹੋਏ ਆ, ਸਾਰੇ ਗੁਣਾਂ ਦਾ ਖਜ਼ਾਨਾ ਹਨ। ਨੇਤ ਨੇਤ ਜਿਸ ਕੋ ਕਹਿ ਬੇਦ। ਗੁਰੂ ਨਾਨਕ ਪਾਤਸ਼ਾਹ ਜੀ ਪੁੱਛਦੇ ਹੋ ਤੁਸੀਂ ਕੌਣ ਸਨ, ਕਿਹਦਾ ਅਵਤਾਰ ਹੈ, ਤਾਂ ਸੁਣੋ। ਗੁਰੂ ਨਾਨਕ ਸਾਹਿਬ ਜੀ ਉਹਦਾ ਅਵਤਾਰ ਹੈ ਜਿਹੜਾ ਗੁਣਾਂ ਦੀ ਖਾਣ ਹੈ, ਭਾਵ ਪਰਮੇਸ਼ਰ। ਜਿਸ ਪਰਮੇਸ਼ਰ ਨੂੰ ਜਿਹੜੇ ਵੇਦ ਹੈ ਉਹ ਵੀ ਨੇਤ ਨੇਤ ਕਹਿੰਦੇ ਆ, ਵੀ ਬੇਅੰਤ 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 ਬੇਅੰਤ। ਤੋ ਨੇਤ ਨੇਤ ਕਥੰਤ ਬੇਦਾ, ਵੇਦ ਵੀ ਜਿਸ ਨੂੰ ਬੇਅੰਤ ਬੇਅੰਤ ਪਰਮੇਸ਼ਰ ਨੂੰ ਆਖਦੇ ਆ। ਸਭ ਥੱਕ ਰਹੇ ਨ ਪਾਇਆ ਭੇਦ। ਜਿਸ ਪਰਮੇਸ਼ਰ ਦਾ ਕਥਨ ਕਰਦੇ ਤੇ ਸਾਰੇ ਹੰਬ ਥੱਕ ਗਏ ਐ, ਉਹਦਾ ਭੇਦ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਵੀ ਪਰਮੇਸ਼ਰ ਕੈਸਾ ਹੈ, ਉਹਦੇ ਵਿੱਚ ਭੇਦ ਕੀ ਹੈ, ਉਹਦਾ ਭੇਦ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਹੈ। ਬ੍ਰਹਮਾ ਸ਼ਿਵ ਸਨਕਾਦਿਕ ਸਾਰੇ। ਚਾਹੇ ਉਹ ਬ੍ਰਹਮਾ ਹੋਵੇ, ਚਾਹੇ ਸ਼ਿਵ ਭਗਵਾਨ ਵਰਗੇ, ਤੇ ਸਨਕ ਆਦਿ ਕਹੀਏ ਬ੍ਰਹਮਾ ਦੇ ਪੁੱਤਰ, ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ, ਇਹ ਚਾਰੇ ਬ੍ਰਹਮਾ ਦੇ ਪੁੱਤਰ ਵੀ ਹੰਬ ਗਏ, ਥੱਕ ਗਏ। ਪਰਮੇਸ਼ਰ ਦਾ ਕਿਸੇ ਨੂੰ ਓੜਕ ਆਦਿ ਨਹੀਂ ਲੱਭਿਆ ਹੈ। ਬੁੱਧ ਕਰ ਬਲ ਕਰ ਖੋਜ ਤੁਹਾਰੇ। ਵੱਡੇ ਵੱਡੇ ਵਿਦਵਾਨ ਰਿਸ਼ੀ ਮੁਨੀ ਜੋਗੀ ਤਪੇ ਜਪੀ, ਤੋ ਉਸ ਪਰਮੇਸ਼ਰ ਨੂੰ ਬੁੱਧ ਦੇ ਬਲ ਕਰਕੇ ਪ੍ਰਾਪਤ ਕਰਦੇ ਕਰਦੇ ਨਹੀਂ ਮਿਲਿਆ, ਹਾਰ ਗਏ ਐ, ਥੱਕ ਗਏ ਹਨ। ਨਾਮ ਸਹੰਸਰ ਸ਼ੇਸ਼ ਨਿਤ ਕਹੈ। ਜਿਸ ਅਕਾਲ ਪੁਰਖ ਦੇ ਹਜ਼ਾਰਾਂ ਨਾਮ ਸ਼ੇਸ਼ ਨਾਗ ਜਿਹੜਾ ਇੱਕੋ ਵਾਰੀ ਜਪਦਾ ਹੈ। ਜਿਸ ਕੋ ਗੁਣ ਕੇ ਅੰਤ ਨਾ ਲਹੈ। ਜਿਸ ਪਰਮੇਸ਼ਰ ਦੇ ਗੁਣਾਂ ਦਾ ਅੰਤ ਕਿਤੋਂ ਵੀ ਪ੍ਰਾਪਤ ਨਹੀਂ ਹੁੰਦਾ, ਜਾਂ ਕਿਸੇ ਨੇ ਅੱਜ ਤੱਕ ਉਸ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ, ਭੇਦ ਨਹੀਂ ਪਾਇਆ ਹੈ। ਪਾਪਣ ਭਾਰ ਅਧੀਰਜ ਧਰਣੀ। ਉਸ ਪਰਮੇਸ਼ਰ ਨੂੰ ਇੱਕ ਵਾਰੀ ਮਹਾਰਾਜ ਕਹਿੰਦੇ ਜਿਹੜੀ ਧਰਤੀ ਹੈ ਨਾ, ਇਹ ਕਿਉਂਕਿ ਮਹਾਰਾਜ ਦੱਸ ਰਹੇ ਹੈ ਵੀ ਗੁਰੂ ਨਾਨਕ ਪਾਤਸ਼ਾਹ ਕੌਣ ਸਨ। ਇਹ ਕਹਿੰਦੇ ਆ ਮਹਾਰਾਜ ਵੀ, ਕੋਈ ਕਹਿੰਦਾ ਵੀ ਗੁਰੂ ਨਾਨਕ ਪਾਤਸ਼ਾਹ ਕਿਹਦਾ ਅਵਤਾਰ ਸਨ, ਕਿਸ ਦਾ ਅਵਤਾਰ ਸਨ। ਮਹਾਰਾਜ ਕਹਿੰਦੇ ਗੁਰਮੁਖੋ, ਇੱਕ ਸਮੇਂ ਦੀ ਗੱਲ ਹੈ, ਆਦਿ ਕਾਲ ਦੀ, ਵੀ ਜਦੋਂ ਧਰਤੀ ਦੇ ਉੱਪਰ ਬਹੁਤ ਪਾਪਾਂ ਦਾ ਭਾਰ ਵੱਧ ਚੁੱਕਾ ਸੀ, ਔਰ ਜਿਹੜੀ ਧਰਤੀ ਹੈ ਧੀਰਜ ਤੋਂ ਰਹਿਤ ਹੋ ਚੁੱਕੀ ਸੀ, ਡੋਲਣ ਲੱਗ ਪਈ ਹੈ ਸੀ। ਬਹੁ ਗਿਣਤੀ ਬਿਣਤੀ ਕਰ ਕਰਨੀ। ਤੇ ਬੜੀਆਂ ਗਿਣਤੀਆਂ ਮਿਣਤੀਆਂ ਕਰਦੀ ਹੋਈ ਧਰਤੀ ਨੇ ਉਸ ਅਕਾਲ ਪੁਰਖ ਨੂੰ ਫਿਰ ਉਸ ਸਮੇਂ ਇਹ ਬੇਨਤੀ ਕੀਤੀ ਸੀ, ਜੋਗ ਜਗ ਤਪ ਸ਼ਕਤ ਨਾ ਰਹੀ। ਹੇ ਅਕਾਲ ਪੁਰਖ ਪਰਮੇਸ਼ਰ, ਧਰਤੀ ਦੇ ਭਾਵ ਮੇਰੇ ਉੱਪਰ ਰਹਿਣ ਵਾਲੇ ਜੀਵਾਂ ਦੇ ਵਿੱਚ ਨਾ ਤਾਂ ਜੋਗ ਹੈ, ਨਾ ਮਹਾਰਾਜ ਜਗ ਕਰਨ ਦੀ ਸਮਰੱਥਾ ਰੱਖਦੇ ਹੈ। ਕਲਯੁਗ ਦਾ ਸਮਾਂ ਹੋਣ ਕਰਕੇ ਨਾ ਤਪ ਕਰਨ ਦੀ ਇਹਨਾਂ ਵਿੱਚ ਸ਼ਕਤੀ ਰਹੀ ਹੈ। ਸ਼ੁਭ ਕਰਮਣ ਬਿਨ ਨਰ ਗਤ ਲਹੀ। ਤੇ ਧਰਤੀ ਕਹਿੰਦੀ ਮੈਂ ਜਾਣ ਲਿਆ ਪਰਮੇਸ਼ਰ ਵੀ ਅੱਜ ਦੇ ਕਲਯੁਗ ਦੇ ਮਨੁੱਖਾਂ ਦੀ ਹਾਲਤ ਚੰਗੇ ਕਰਮਾਂ ਤੋਂ ਬਿਨਾਂ ਪਾਪ ਹੀ ਪਾਪ ਕਰਦੇ ਐ, ਪੁੰਨ ਕਰਨ ਵਾਲੇ ਪਾਸੇ ਇਹਨਾਂ ਦਾ ਜਰੀ ਮਾਤਰ ਵੀ ਧਿਆਨ ਨਹੀਂ ਹੈ। ਮੋਹਿ ਅਲੰਬ ਅਬ ਦੀਜੈ ਕੋਈ। ਤੇ ਮਹਾਰਾਜ ਮੇਥੋਂ ਹੁਣ ਰਿਹਾ ਨਹੀਂ ਜਾਂਦਾ, ਤੋ ਪਾਪ ਵਧਨ ਕਰਕੇ ਮੈਂ ਡੋਲ ਰਹੀ ਹਾਂ, ਜਿਸ ਕਰਕੇ ਦਇਆ ਕਰੋ ਮਹਾਰਾਜ, ਮੈਨੂੰ ਆਸਰਾ ਬਖਸ਼ੋ ਕੋਈ, ਤਾਂ ਕਿ ਮੈਂ ਥਿਰ ਰਹਿ ਸਕਾਂ ਜੀ। ਜਿਸ ਤੇ ਥਿਰਾ ਧੀਰ ਔਰ ਹੋਈ। ਕੋਈ ਇਹੋ ਜਿਹਾ ਆਸਰਾ ਬਖਸ਼ੋ ਜਿਹਦੇ ਨਾਲ ਮੈਂ ਧੀਰਜ ਰਹਿਤ ਹੋਈ ਧੀਰਜ ਸਹਿਤ ਹੋ ਜਾਵਾਂ ਤੇ ਡੋਲਣ ਤੋਂ ਬਚ ਜਾਵਾਂ।
ਮੈਨੂੰ ਧੀਰਜ ਪ੍ਰਾਪਤ ਹੋ ਜਾਵੇ ਜੀ। ਪਾਰ ਬ੍ਰਹਮ ਅਚਰਜ ਜਿਸ ਚਰਿਤਾ। ਤੇ ਉਸ ਸਮੇਂ ਕਵੀ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਗੁਰਮੁਖ ਪਿਆਰੇ, ਉਹ ਪਾਰ ਬ੍ਰਹਮ ਜਿਹੜਾ ਪਰਮੇਸ਼ਰ ਹੈ, ਜਿਸ ਪਰਮੇਸ਼ਰ ਦੇ ਕੌਤਕ ਅਸਚਰਜ ਹਨ। ਸਭ ਜਗ ਕਰਤਾ ਭਰਤਾ ਹਰਤਾ। ਇਹ ਧਰਤੀ ਦੀ ਬੇਨਤੀ ਸੁਣੀ ਉਸ ਅਕਾਲ ਪੁਰਖ ਨੇ, ਜਿਹੜਾ ਸਾਰੇ ਸੰਸਾਰ ਦਾ ਕਰਤਾ ਬਣਾਉਣ ਵਾਲਾ ਹੈ, ਭਰਤਾ ਉਹਨਾਂ ਨੂੰ ਪਾਲਣ ਵਾਲਾ ਹੈ, ਤੇ ਹਰਤਾ ਨਾਸ਼ ਕਰਨ ਵਾਲਾ ਹੈ। ਧਰਿਓ ਆਣ ਸ਼੍ਰੀ ਨਾਨਕ ਰੂਪ। ਤੇ ਉਸ ਪਰਮੇਸ਼ਰ ਨੇ ਫਿਰ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਧਾਰਿਆ। ਤੋ ਸੁਣੀ ਅਰਦਾਸ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਜਦੋਂ ਧਰਤੀ ਨੇ ਬੇਨਤੀ ਕੀਤੀ ਵੀ ਪਾਪਾਂ ਦਾ ਭਾਰ ਬਹੁਤ ਵੱਧ ਗਿਆ ਹੈ ਪਰਮੇਸ਼ਰ, ਤੋ ਇੱਥੇ ਸਾਧ ਸੰਗਤ ਜੀ, ਚਾਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਮੂੰਹੋਂ ਕਵੀ ਜੀਆਂ ਥੋੜ੍ਹਾ ਕਹਾਇਆ ਹੈ, ਜਦੋਂ ਤੁਸੀਂ ਨਾਨਕ ਪ੍ਰਕਾਸ਼ ਦੀ ਕਥਾ ਆਰੰਭ ਤੇ ਸੁਣੀ ਸੀ ਨਾ, ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸੰਸਾਰ ਤੇ ਅਵਤਾਰ ਦੇ ਕਾਰਨ ਕੀ ਸਨ, ਉੱਥੇ ਬਹੁਤ ਖੁੱਲ੍ਹ ਕੇ ਲਿਖਿਆ ਕਵੀ ਜੀਆਂ ਵੀ ਜਦੋਂ ਬਹੁਤ ਪਾਪ ਧਰਤੀ ਤੇ ਵਧਿਆ ਤੇ ਪਰਮੇਸ਼ਰ ਨੂੰ ਅਰਦਾਸਾਂ ਕੀਤੀਆਂ। 5,500 ਵਰ੍ਹਾ ਲੰਘ ਚੁੱਕਿਆ ਸੀ ਕਲਯੁਗ ਦਾ ਸਮਾਂ। ਤੋ ਉਸ ਸਮੇਂ ਧੰਨ ਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਆਖਿਆ ਸੀ ਪ੍ਰਿਥਵੀ ਨੂੰ ਵੀ ਤੈਨੂੰ ਬਹੁਤ ਵਾਰੀ ਆਸਰਾ ਦਿੱਤਾ ਹੈ, ਦੇਵੀ ਦੇਵਤੇ ਭੇਜੇ ਗਏ, ਬੜੇ ਪੈਗੰਬਰ ਭੇਜੇ ਗਏ, ਪਰ ਕਿਸੇ ਨੇ ਵੀ ਆਪਦਾ ਪੰਥ ਚਲਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ। ਆਪੋ ਆਪਣੇ ਧਰਮ ਬਣਾ ਕੇ ਸਾਰੇ, ਜਾਂ ਆਪੋ ਆਪਣਾ ਪੰਥ ਬਣਾ ਕਰਕੇ ਆਪਦੀ ਪੂਜਾ ਸਖਸ਼ੀ ਪੂਜਾ ਵਿੱਚ ਉਲਝੇ। ਹੁਣ ਅਸੀਂ ਖੁਦ ਤੇਰੇ ਅਵਤਾਰ ਇੱਥੇ ਧਾਰਾਂਗੇ ਤੇ ਤੈਨੂੰ ਇਹੋ ਜਿਹਾ ਨਾਮ ਦਾ ਆਸਰਾ ਬਖਸ਼ਾਂਗੇ ਵੀ ਬੋੜ ਤੈਨੂੰ ਆਸਰੇ ਦੀ ਲੋੜ ਨਹੀਂ ਪਵੇਗੀ। ਤੋ ਉਦੋਂ ਸਾਧ ਸੰਗਤ ਜੀ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਅਵਤਾਰ ਹੋਇਆ ਪਰਮੇਸ਼ਰ ਸਨ। ਉਹੀ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾ ਰਹੇ ਇਹਨਾਂ ਨੂੰ ਕਿ ਭਾਈ ਮਤ ਸੰਸਾ ਕਰੋ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕੋਈ ਹੋਰ ਅਵਤਾਰ ਨਹੀਂ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹਨ, ਜਿਨ੍ਹਾਂ ਨੇ ਧਰਤੀ ਦੀ ਪੁਕਾਰ ਸੁਣ ਕੇ ਪਾਪਾਂ ਦੇ ਨਾਲ ਭਰੀ ਹੋਈ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਅਵਤਾਰ ਧਾਰਿਆ ਹੈ। ਗੁਰ ਸਿੱਖੀ ਉਪਜਾਏ ਅਨੂਪ। ਤੇ ਉਪਮਾ ਤੋਂ ਰਹਿਤ ਸੁੰਦਰ ਸਿੱਖੀ ਦਾ ਬੀਜ ਪੈਦਾ ਕੀਤਾ ਇਸ ਧਰਤੀ ਦੇ ਉੱਪਰ। ਸ਼ਕਤ ਵਿਹੀਨ ਹੇਰ ਨਰ ਸਾਰੇ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸ਼ਕਤੀ ਤੋਂ ਹੀਣੇ ਵੇਖ ਲਏ ਮਨੁੱਖ ਸਾਰੇ ਵੀ ਕਲਯੁਗ ਦਾ ਸਮਾਂ ਹੈ, ਇਹਨਾਂ ਦੀ ਉਮਰ ਵੀ ਬਹੁਤੀ ਲੰਬੀ ਨਹੀਂ, ਨਾ ਇਹ ਜਗ ਕਰ ਸਕਦੇ ਹੈ ਨਾ ਤਪ ਕਰ ਸਕਦੇ ਹੈ। ਤੋ ਬਹੁਤਾ ਖੇਚਲ ਕਰਨ ਤੋਂ ਰਹਿਤ ਮਹਾਰਾਜ ਨੇ ਜਦੋਂ ਜਾਣਿਆ ਹੈ, ਜੋਗ ਨਾ ਜਗ ਨਾ ਤਪ ਕੁਛ ਧਾਰੇ। ਮਹਾਰਾਜ ਜਾਣ ਗਏ ਅਵਤਾਰ ਧਾਰ ਕੇ ਵੀ ਕਲਯੁਗ ਦੇ ਵਿੱਚ ਉਮਰਾਂ ਥੋੜ੍ਹੀ ਆ ਜੀਵਾਂ ਦੀ, ਨਾ ਇਹ ਜਗ ਕਰ ਸਕਦੇ ਆ ਨਾ ਵੱਡੇ ਤਪ ਕਰ ਸਕਦੇ ਆ। ਹੋਰ ਵੀ ਜਿਹੜੇ ਕੋਈ ਮੁਕਤੀ ਦੇ ਲੰਮੇ ਔਖੇ ਸਾਧਨ ਹੈ ਉਹ ਇਹ ਧਾਰ ਨਹੀਂ ਸਕਦੇ ਹਨ। ਜਾਂ ਤੇ ਗੁਰ ਸਿੱਖੀ ਕੀ ਰੀਤ। ਤੇ ਮਹਾਰਾਜ ਨੇ ਜੀਵਾਂ ਦੀ ਕਲਿਆਣ ਵਾਸਤੇ ਸੁਖਾਲਾ ਰਾਹ ਗਾਡੀ ਰਾਹ ਚਲਾਇਆ। ਉਹ ਕੀ ਹੈ ਮਹਾਰਾਜ ਕਹਿੰਦੇ, ਉਹ ਗੁਰਸਿੱਖੀ ਦੀ ਮਰਿਆਦਾ ਮਹਾਰਾਜ ਨੇ ਤਿਆਰ ਕੀਤੀ ਹੈ। ਜਗ ਬਿਸਤਰੀ ਵਧਤ ਵੱਡ ਨੀਤ। ਇਹੋ ਜੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਗੁਰੂ ਗਰੀਬ ਨਵਾਜ ਜੀਆਂ ਦਇਆ ਸੱਚਖੰਡ ਵਿੱਚੋਂ ਮੂਲ ਮੰਤਰ ਵੇਈ ਪ੍ਰਵੇਸ਼ ਕਰਕੇ ਲਿਆਂਦਾ। ਅੱਜ ਹੋਰ ਕੱਲ੍ਹ ਹੋਰ ਦਿਨ ਬਰ ਦਿਨ ਸਭ ਪਾਸੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਫੈਲਣ ਲੱਗ ਪਈ। ਸਤਨਾਮ ਕੋ ਜਾਪ ਬਤਾਇਓ। ਮਹਾਰਾਜ ਨੇ ਮੂਲ ਮੰਤਰ ਸੱਚਾ ਨਾਮ ਵਾਹਿਗੁਰੂ 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 ਦਾ ਜਾਪ ਹੀ ਸਭ ਪਾਸੇ ਦੇਣਾ ਕੀਤਾ। ਸਭ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਿਆ ਜਪਾਇਆ ਹੈ। ਦਾਨ ਇਸ਼ਨਾਨ ਭਾਉ ਚਿਤ ਲਾਇਓ। ਤੇ ਉਪਦੇਸ਼ ਕੀਤਾ ਚਿੱਤ ਲਾਉਣਾ ਦਾਨ ਕਰਨ ਦੇ ਨਾਲ, ਇਸ਼ਨਾਨ ਕਰਨ ਦੇ ਨਾਲ। ਇਹ ਮਨ ਦਾ ਚਿੱਤ ਭਾਉ ਪ੍ਰੇਮ ਕਰਨਾ ਹੈ। ਚਾਰਾਂ ਬੇਦਨ ਕੋ ਤਤ ਲੀਨ। ਤੇ ਫਿਰ ਚਾਰ ਸੁੰਦਰ ਬੇਦਨ ਕਹੀਏ ਗਿਆਨ। ਤੇ ਜਿਹੜੇ ਸੁੰਦਰ ਗਿਆਨ ਹੈ ਜਿਹੜਾ, ਜਾਂ ਗਿਆਨ ਜਿਹੜਾ ਸਾਰਿਆਂ ਤੋਂ ਸੁੰਦਰ ਹੈ, ਉਸ ਗਿਆਨ ਦਾ ਤਤ ਸਿਧਾਨ ਲੈਣਾ ਕੀਤਾ, ਅਥਵਾ ਚਾਰੇ ਵੇਦਾਂ ਦਾ ਜਿਹੜਾ ਸ਼੍ਰੇਸ਼ਟ ਸਿਧਾਨ ਮਥਨ ਹੈ ਸੀ। ਦੇਸ਼ਣ ਭਾਖਾ ਮਹਿ ਕਹਿ ਦੀਨ। ਉਹ ਮਹਾਰਾਜ ਨੇ ਦੇਸ਼ ਦੀ ਭਾਖਾ ਗੁਰਮੁਖੀ ਵਿੱਚ ਕਹਿਣਾ ਕੀਤਾ ਵੀ। ਉਸ ਤਰ੍ਹਾਂ ਸੰਸਕ੍ਰਿਤ ਵਿੱਚ ਵੀ ਬੜੇ ਪੁਸਤਕ ਛਪੇ ਹੈ, ਵੇਦ ਸ਼ਾਸਤਰ ਹੈ, ਪਰ ਉਹਨਾਂ ਨੂੰ ਪੜ੍ਹਨ ਵਾਸਤੇ ਸਾਰੀ ਉਮਰ ਲੰਘ ਜਾਂਦੀ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਜਾਣਿਆ ਵੀ ਉਮਰ ਇਹਨਾਂ ਪਾਸ ਥੋੜ੍ਹੀ ਹੈ, ਕਦੋਂ ਪੜ੍ਹੇ, ਕਦੋਂ ਵਿਚਾਰਿਆ ਤੇ ਕਦੋਂ ਇਹਨਾਂ ਦਾ ਉਧਾਰ ਹੋਇਆ। ਇਸ ਲਈ ਜਿਹੜਾ ਸ਼੍ਰੇਸ਼ਟ ਉਪਦੇਸ਼ ਪ੍ਰੇਮਾ ਭਗਤੀ ਦਾ, ਪਰਮੇਸ਼ਰ ਦੇ ਨਾਮ ਜਪਣ ਦਾ, ਉਹ ਸਤਿਗੁਰਾਂ ਗੁਰਮੁਖੀ ਵਿੱਚ ਉਚਾਰਿਆ। ਜਪਜੀ ਸਾਹਿਬ ਜੀ ਕੀ ਪਾਵਨ ਬਾਣੀ ਦਾ ਜਾਪ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ, ਤੀਰਥ ਮਲ ਨਾਉ। ਇਹੋ ਜੀ ਦਾਤ ਗਰੀਬ ਨਵਾਜ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੰਸਕ੍ਰਿਤ ਮਹਿ ਦੁਰਲਭ ਜੋਏ। ਜਿਹੜਾ ਪਰਮੇਸ਼ਰ ਦਾ ਪ੍ਰਾਪਤੀ ਦਾ ਉਪਦੇਸ਼ ਜਿਹੜਾ ਸੰਸਕ੍ਰਿਤ ਵਿੱਚ ਬੜਾ ਔਖਾ ਹੈ। ਲੱਖਾਂ ਮਹਿ ਪ੍ਰਾਪਤ ਹੋਏ ਕੋਏ। ਤੇ ਲੱਖਾਂ ਵਿੱਚੋਂ ਕਿਸੇ ਇੱਕ ਨੂੰ ਹੀ ਸੰਸਕ੍ਰਿਤ ਪੜ੍ਹਨ ਵਾਲੇ ਨੂੰ ਹੀ ਇਹ ਉਪਦੇਸ਼ ਵੇਦਾਂ ਚੋਂ ਪ੍ਰਾਪਤ ਹੁੰਦਾ ਸੀ। ਸੋ ਤਤ ਗੁਰ ਸਿੱਖਣ ਮਹਿ ਐਸੇ। ਉਹ ਜਿਹੜਾ ਤਤ ਸਰੂਪ ਪਰਮੇਸ਼ਰ ਹੈ, ਉਹਦੀ ਪ੍ਰਾਪਤੀ ਵਾਸਤੇ ਨਾਮ ਦੀ ਦਾਤ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਗੁਰਬਾਣੀ ਰੂਪ ਸਿੱਖਾਂ ਦੇ ਵਿੱਚ ਇਸ ਤਰ੍ਹਾਂ। ਧਰਿਓ ਬਦਰ ਕਿਨ ਕਰ ਪਰ ਜੈਸੇ। ਇਸ ਤਰ੍ਹਾਂ ਮਹਾਰਾਜ ਨੇ ਨਾਮ ਦੀਆਂ ਦਾਤਾਂ ਸਭ ਨੂੰ ਬਖਸ਼ ਦਿੱਤੀਆਂ। ਵੀ ਸੰਸਕ੍ਰਿਤ ਵਿੱਚ ਤਾਂ ਔਖਾ ਲੱਭ ਪੈਂਦਾ ਸੀ ਪਰਮੇਸ਼ਰ ਦੀ ਭਗਤੀ ਕਰਨ ਦਾ ਰਾਹ, ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਪਰਮੇਸ਼ਰ ਦੀ ਇਸ ਤਰ੍ਹਾਂ ਉਸਤਤ ਗਾਈ ਹੈ ਜਿਵੇਂ ਹੱਥ ਤੇ ਕਿਸੇ ਨੇ ਮੇਰ ਰੱਖਿਆ ਹੁੰਦਾ। ਐਨ ਪ੍ਰਤੱਖ ਸਾਹਮਣੇ ਪਰਮੇਸ਼ਰ ਦਾ ਨਾਮ ਜਿਹੜਾ, ਉਹਦੀ ਸੋਭਾ, ਉਹਦੀ ਉਸਤਤੀ ਕਰ ਦਿੱਤੀ ਹੈ ਸੁਖਾਲੀ ਗੁਰਮੁਖੀ ਭਾਸ਼ਾ ਦੇ ਅੰਦਰ। ਸਿਮਰਤ ਨਾਮ ਭਗਤ ਕੇ ਕਰਤੇ। ਤੇ ਸਿੱਖ ਫਿਰ ਨਾਮ ਜਪਣ ਲੱਗ ਪਏ। ਸਭ ਜੀਵ ਨਾਮ ਜਪਦੇ ਐ, ਭਗਤੀ ਕਰਨ ਲੱਗ ਪਏ ਸਨ। ਸੁਣੈ ਸੁਣੈ ਬ੍ਰਹਮ ਰੂਪ ਵਿਚਰਤੇ। ਤੇ ਹੌਲੀ ਹੌਲੀ ਇਹੋ ਜੀ ਦਇਆ ਹੁੰਦੀ ਤੇ ਬ੍ਰਹਮ ਦਾ ਰੂਪ ਵਿਚਾਰਨਾ ਸ਼ੁਰੂ ਸਿੱਖਾਂ ਨੇ ਕਰ ਦਿੱਤਾ। ਆਪਸ ਵਿੱਚ ਬ੍ਰਹਮ ਦੀ, ਉਸ ਦੇ ਰੂਪ ਦੀ ਵਿਚਾਰ ਚਰਚਾ ਹੋਣ ਲੱਗ ਪਈ। ਔਰ ਮਹਿ ਵਿਦਤ ਸੋ ਤਤ ਹੋਏ ਆਵਤ। ਤੇ ਜਿਹੜਾ ਸਿਧਾਂਤ ਹੈ, ਤਤ ਹੈ, ਉਹ ਜਾਂ ਤਤ ਸਰੂਪ ਪਰਮੇਸ਼ਰ ਉਹ ਹਿਰਦੇ ਵਿੱਚ ਸਿੱਖਾਂ ਦੇ ਫਿਰ ਪ੍ਰਗਟ ਹੋਣ ਲੱਗ ਪਿਆ ਸੀ। ਜਿਸ ਕੇ ਲਖੇ ਨਾ ਪੁਨ ਦੁਖ ਪਾਵਤ। ਜਿਸ ਆਤਮਾ ਦੇ ਪਰਮਾਤਮਾ ਦੇ ਸੁੱਧ ਸਰੂਪ ਪਰਮ ਆਪੇ ਸਵੰ ਰੂਪ ਦੇ ਜਾਣਨੇ ਕਰਕੇ ਪ੍ਰਾਣੀ ਜੰਮਣ ਮਰਨ ਦਾ ਦੁੱਖ ਨਹੀਂ ਪਾਉਂਦਾ ਹੈ। ਵੇਦ ਸਾਰ ਕੀ ਭਾਖਾ ਕੀਨ। ਉਹ ਸ਼੍ਰੇਸ਼ਟ ਜਿਹੜਾ ਜਾਂ ਵੇਦਾਂ ਦਾ ਜਿਹੜਾ ਗਿਆਨ ਦਾ ਤੱਤ ਹੈ, ਉਸੇ ਦੀ ਭਾਖਾ ਕਰ ਦਿੱਤੀ ਗੁਰਮੁਖੀ ਅੰਦਰ ਮਹਾਰਾਜ ਨੇ ਬਾਣੀ ਰੂਪ ਉਪਦੇਸ਼ ਦਿੱਤਾ ਹੈ। ਗੁਰੂ ਕਿਰਪਾਲ ਕਿਰਪਾ ਰਸ ਪੀਨ। ਇਸ ਲਈ ਇਹ ਭਾਈ ਤੁਲਸੀਆ ਜੀ ਸਾਰੇ ਜਾਣੋ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਦੇ ਘਰ ਹਨ, ਤੇ ਕਿਰਪਾ ਦੇ ਰਸ ਵਿੱਚ ਬੜੇ ਭਿੱਜ ਕੇ ਸਾਡੇ ਜੀਵਾਂ ਦੀ ਕਲਿਆਣ ਕੀਤੀ ਹੈ। ਉਹ ਪਰਮੇਸ਼ਰ ਹਨ। ਤੁਮ ਭੀ ਕਰਹੁ ਵਿਚਾਰਨ ਬਾਨੀ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੋ ਅਕਾਲ ਪੁਰਖ ਹਨ, ਉਹਨਾਂ ਦੀ ਉਚਾਰੀ ਹੋਈ ਬਾਣੀ ਜਪਜੀ ਸਾਹਿਬ, ਤੁਸੀਂ ਜੇ ਸੁਖ ਚਾਹੁੰਦੇ ਹੋ ਤੇ ਜਪਜੀ ਸਾਹਿਬ ਜੀ ਕੇ ਪਾਵਨ ਜਾਪ, ਉਹਦਾ ਵਿਚਾਰ ਕਰਨਾ ਕਰਿਆ ਕਰੋ, ਬਾਣੀ ਪੜ੍ਹਿਆ ਕਰੋ। ਹਿਰਦਾ ਟਿਕਾਵਹੁ ਦੁਬਿਧਾ ਹਾਨੀ। ਦੁਬਿਧਾ ਨਾਸ਼ ਹੋ ਜਾਵੇਗੀ ਤੇ ਬਾਣੀ ਪੜ੍ਹ ਪੜ੍ਹ ਕੇ ਆਪਦਾ ਮਨ ਇੱਕ ਥਾਂ ਤੇ ਬੰਨ ਲਓ, ਟਿਕਾ ਲਵੋ ਜੀ। ਸਿਦਕ ਤਰਹੁ ਸਿੱਖੀ ਨਿਰਬਾਹੋ। ਤੇ ਸਿੱਖੀ ਧਾਰਦਿਆਂ ਹੋਇਆਂ ਸਿਦਕ ਰੱਖਣਾ। ਸਿੱਖੀ ਕੇਸਾਂ ਸਵਾਸਾਂ ਸਿਦਕ ਦੇ ਨਾਲ ਨਿਭਾਉਣਾ ਕਰਨੀ ਹੈ। ਨਹਿ ਦੁਖ ਤੇ ਜਮ ਕੇ ਸੰਗ ਜਾਹੂ। ਜੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨਿਭਾਓਗੇ ਨਾ ਸਿਦਕ ਦੇ ਨਾਲ, ਤੇ ਜਮਾਂ ਦਾ ਦੁੱਖ ਤੁਹਾਨੂੰ ਕਦੇ ਪ੍ਰਾਪਤ ਨਹੀਂ ਹੋਵੇਗਾ। ਨਹੀਂ ਜਮਾਂ ਦੇ ਦੁੱਖ ਸਹਿੰਦਿਆਂ ਨਰਕ ਨੂੰ ਜਾਣਾ ਪਵੇਗਾ। ਸ਼੍ਰੀ ਅਰਜਨ ਤੇ ਸੁਣ ਹੁਲਸਾਏ। ਤੋ ਇਸ ਤਰ੍ਹਾਂ ਇਹ ਸਾਰੇ ਗੁਰਮੁਖਾਂ ਨੇ ਪਾਤਸ਼ਾਹ ਦੇ ਮੁਖੋਂ ਉਪਦੇਸ਼ ਸੁਣ ਕੇ ਬੜੀ ਖੁਸ਼ੀ ਮਨਾਈ ਵੈ। ਭਏ ਸਿੱਖ ਸੰਦੇਹ ਮਿਟਾਏ। ਤੇ ਉਹ ਸੰਸਾ ਮਿਟ ਗਿਆ ਵੀ ਗੁਰੂ ਨਾਨਕ ਪਾਤਸ਼ਾਹ ਕਿਹਦਾ ਰੂਪ ਸਨ। ਮਹਾਰਾਜ ਨੇ ਉਹ ਸਭ ਨਿਵਰਤ ਕਰ ਦਿੱਤਾ ਵੀ ਕੋਈ ਸ਼ੰਕਾ ਨਹੀਂ ਰੱਖਣਾ ਗੁਰੂ ਨਾਨਕ ਪਾਤਸ਼ਾਹ ਜਨਕ ਦਾ ਜਾਂ ਕੋਈ ਬ੍ਰਹਮਾ ਵਿਸ਼ਨੂੰ ਦਾ ਹੋਰ ਦੂਜੇ ਤੀਜੇ ਦਾ ਅਵਤਾਰ ਸਨ। ਗੁਰੂ ਨਾਨਕ ਪਾਤਸ਼ਾਹ ਜੀ ਤਾਂ ਕੇਵਲ ਤੇ ਕੇਵਲ ਉਹ ਅਕਾਲ ਪੁਰਖ ਹਨ। ਤੇ ਗਰੀਬ ਨਵਾਜ ਨੇ ਹੋਰ ਨਹੀਂ, ਬਸ ਧਰਤੀ ਦੀ ਪੁਕਾਰ ਸੁਣ ਕੇ ਜੀਵਾਂ ਦੀ ਕਲਿਆਣ ਵਾਸਤੇ ਸੌਖਾ ਗੁਰਮੁਖੀ ਗੁਰਸਿੱਖੀ ਦਾ ਰਾਹ ਤੋਰਨ ਵਾਸਤੇ ਅਵਤਾਰ ਧਾਰਿਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਹੋ ਜਿਹਾ ਉਪਦੇਸ਼ ਮਹਾਰਾਜ ਦੇ ਮੁਖੋਂ ਸੁਣ ਕੇ ਖਾਲਸਾ ਜੀ ਇਹ ਜਿਹੜੇ ਮਹਾਰਾਜ ਦੇ ਪਾਸ ਆਏ ਸੰਕੇ ਲੈ ਕੇ
ਉਹਨਾਂ ਦੇ ਸ਼ੰਕੇ ਨਿਵਰਤ ਹੋਏ ਐ। ਗੁਰਬਾਣੀ ਕੋ ਲੱਗੇ ਵਿਚਾਰਨ, ਤੇ ਉਪਦੇਸ਼ ਸੁਣ ਕੇ ਮਹਾਰਾਜ ਦੀ ਸਿੱਖਿਆ ਹੁਣ ਬਾਣੀ ਪੜ੍ਹਦੇ ਐ, ਸੁਣਦੇ ਐ, ਵਿਚਾਰਦੇ ਹਨ। ਭਗਤ ਗਿਆਨ ਕੀ ਜੋ ਵੱਡ ਕਾਰਨ, ਜਿਹੜੀ ਗੁਰਬਾਣੀ ਭਗਤੀ ਦੀ ਤੇ ਗਿਆਨ ਦੀ ਵੱਡੀ ਕਾਰਨ ਹੈ, ਬਣਾਉਣ ਵਾਲੀ, ਪੈਦਾ ਕਰਨ ਵਾਲੀ ਹੈ। ਇਸ ਵਿਦ ਭਇਓ ਤਨਹਾ ਕਲਿਆਣ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਇਹਨਾਂ ਸਾਰਿਆਂ ਦਾ ਕਲਿਆਣ ਪਿਆ, ਸਭ ਨੂੰ ਮਹਾਰਾਜ ਨੇ ਮੁਕਤੀ ਦੀਆਂ ਦਾਤਾਂ ਬੰਧਨ ਕੱਟ ਦਿੱਤੇ ਹਨ। ਗੁਰੂ ਕੋ ਸੇਵਤ ਰਹੇ ਤੇ ਮਹਾਨ, ਬੜੀ ਡਾਢੀ ਸੇਵਾ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਰਦੇ ਆ। ਕਈ ਮਹੀਨੇ ਅੰਮ੍ਰਿਤਸਰ ਸਾਹਿਬ ਰਹਿ ਕਰਕੇ ਲੰਗਰਾਂ ਦੀ ਸੇਵਾ ਕਰਦੇ ਆ। ਤੋਤਾ ਅਰ ਮੱਧੂ ਹਿਤ ਧਾਰੇ, ਭਾਈ ਮਧੂ ਜੀ ਔਰ ਭਾਈ ਤੋਤਾ ਨਾਮ ਦਾ ਇੱਕ ਸਿੱਖ ਮਹਾਰਾਜ ਦੇ ਪਾਸ ਆਇਆ। ਗੋਖੂ ਟੋਡਾ ਮਹਿਤਾ ਚਾਰੇ, ਭਾਈ ਗੋਖੂ ਜੀ, ਭਾਈ ਟੋਡਾ ਜੀ ਤੇ ਮਹਿਤਾ ਇਹਨਾਂ ਦਾ ਖਿਤਾਬ ਜਾਣ ਲਓ ਜਾਂ ਕੋਈ ਜਾਤ ਹੈ। ਤੋ ਇਹ ਚਾਰੇ ਸਿੱਖ ਮਹਾਰਾਜ ਦੇ ਪਾਸ ਬੜਾ ਪ੍ਰੇਮ ਧਾਰ ਕੇ ਪਹੁੰਚੇ ਐ। ਮਿਲ ਕਰ ਸ਼੍ਰੀ ਅਰਜਨ ਟਿਗ ਆਏ, ਮਿਲ ਕੇ ਚਾਰੇ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਮਹਾਰਾਜ ਦੇ ਪਾਸ ਪਹੁੰਚੇ ਐ। ਪਦ ਅਰਬਿੰਦਨ ਸੀਸ ਝੁਲਾਵੈ ਲਗਾਏ, ਹਾਂ, ਗਰੀਬ ਨਵਾਜ ਮਹਾਰਾਜ ਦੇ ਚਰਨ ਕਮਲਾਂ ਤੇ ਸੀਸ ਰੱਖਿਆ, ਮੱਥਾ ਟੇਕਿਆ ਹੈ। ਬੈਠੇ ਹੱਥ ਜੋੜ ਕਰ ਪਾਸ, ਤੇ ਮਹਾਰਾਜ ਦੇ ਪਾਸ ਹੱਥ ਜੋੜ ਕੇ ਸਿੱਖਿਆ ਲੈਣ ਵਾਸਤੇ ਬੈਠ ਗਏ ਐ। ਵੇਖੋ ਅਵਸਰ ਕੀਨਸ ਅਰਦਾਸ, ਤੇ ਜਦੋਂ ਸੰਗਤਾਂ ਭੁਗਤ ਗਈਆਂ, ਆਪ ਦਾ ਸਮਾਂ ਜਿਹਾ ਆਇਆ, ਵੇਖ ਕੇ ਹੱਥ ਜੋੜ ਕੇ ਇਹਨਾਂ ਨੇ ਆਪਣੇ ਮਨ ਦੀ ਅਰਦਾਸ ਹਜ਼ੂਰ ਨੂੰ ਦੱਸਣਾ ਕੀਤੀ ਹੈ। ਗੁਰੂ ਗਰੀਬ ਨਿਵਾਜ ਹਮਾਰਾ, ਆਹੇ ਸੱਚੇ ਪਾਤਸ਼ਾਹ, ਤੁਸੀਂ ਸਾਡੇ ਗੁਰੂ ਹੋ ਤੇ ਗਰੀਬਾਂ ਨੂੰ ਨਿਵਾਜਣ ਵਾਲੇ ਪਾਤਸ਼ਾਹ ਹੋ। ਜਨਮ ਮਰਨ ਤੇ ਕਰਹ ਉਧਾਰਾ, ਤੋ ਵਿਸ਼ਰਾਮ ਇਸੇ ਤਰ੍ਹਾਂ ਹਮਾਰਾ ਜਨਮ ਮਰਨ ਤੇ ਕਰਹ ਉਧਾਰਾ। ਗਰੀਬ ਨਵਾਜ, ਜਨਮ ਮਰਨ ਤੋਂ ਸਾਡਾ ਉਧਾਰ ਕਰ ਦਿਓ। ਅਸੀਂ ਤੁਹਾਡੇ ਪਾਸ ਮਹਾਰਾਜ ਹੋਰ ਕੁਝ ਨਹੀਂ ਲੈਣ ਆਏ, ਸਾਨੂੰ ਨਹੀਂ ਮਾਇਆ ਚਾਹੀਦੀ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਜਨਮ ਮਰਨ ਦੀ ਇਸ ਭਿਆਨਕ ਪੀੜ ਤੋਂ, ਦੁੱਖ ਤੋਂ ਸਾਡੀ ਕਲਿਆਣ ਕਰੋ ਜੀ। ਰਾਵਰ ਕੀ ਸੋਭਾ ਸੁਣ ਆਏ, ਕਿਉਂਕਿ ਅਸੀਂ ਬਹੁਤ ਦੂਰ ਦਰੇਡੇ ਸਿੱਖਾਂ ਪਾਸੋਂ, ਸਭ ਪਾਸੇ ਤੋਂ ਤੁਹਾਡੀ ਸੋਭਾ ਸੁਣੀ ਹੈ, ਫਿਰ ਆਏ ਹਾਂ। ਉਚਿਤ ਉਦਾਹਰਣ ਕੇ ਲਖ ਪਾਏ, ਤੇ ਅਸੀਂ ਜਾਣਿਆ ਵੀ ਸੰਸਾਰ ਵਿੱਚੋਂ ਹੋਰ ਕੋਈ ਮੁਕਤੀ ਨਹੀਂ ਦੇ ਸਕਦਾ। ਸੰਸਾਰ ਵਿੱਚ ਜੇ ਕੋਈ ਕਲਿਆਣ ਇਸ ਫੰਧਨ ਤੋਂ ਕਰ ਸਕਦਾ ਹੈ, ਉਹ ਤੁਸੀਂ ਕਰ ਸਕਦੇ ਹੋ। ਇਹ ਇੱਛਾ ਰੱਖ ਕੇ, ਤੁਹਾਨੂੰ ਮੁਕਤੀ ਦੇ ਯੋਗ ਜਾਣ ਕੇ, ਤੋ ਸਮਰੱਥ ਜਾਣ ਕੇ ਅਸੀਂ ਤੁਹਾਡੇ ਪਾਸ ਆਏ ਹਾਂ। ਸੁਣ ਬੋਲੇ ਸ਼੍ਰੀ ਅਰਜਨ ਗਿਆਨੀ, ਤੋ ਮਹਾਨ ਬ੍ਰਹਮ ਗਿਆਨੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਿਰ ਇਹਨਾਂ ਨੂੰ ਉਪਦੇਸ਼ ਦੇਣ ਬੋਲੇ ਐ। ਪਠਹਾ ਸੁਣਹਾ ਤੁਮ ਮਿਲ ਗੁਰਬਾਨੀ, ਤੋ ਮਹਾਰਾਜ ਕਹਿੰਦੇ ਭਾਈ ਕਲਿਆਣ ਇਸੇ ਚ ਹੈ ਵੀ ਪਾਤਸ਼ਾਹ ਦੀ, ਗੁਰੂ ਨਾਨਕ ਪਾਤਸ਼ਾਹ ਜੀ ਗੁਰਬਾਣੀ ਪੜ੍ਹੋ ਮਨ ਕਰਕੇ, ਤੋ ਪ੍ਰੇਮ ਦੇ ਸਹਿਤ ਸਤਿਗੁਰਾਂ ਦੀ ਬਾਣੀ ਪੜ੍ਹੋ। ਇਹੀ ਉਦਾਹਰਨ ਵਾਸਤੇ ਯੋਗ ਰਸਤਾ ਹੈ। ਪ੍ਰੇਮ ਧਾਰੋ, ਮਿਲ ਕੇ ਸਾਰੇ ਗੁਰਬਾਣੀ ਪੜ੍ਹਿਆ ਕਰੋ। ਆਪਸ ਮਹਿ ਪੁਨ ਕਰਹੁ ਵਿਚਾਰਾ, ਤੇ ਬਾਣੀ ਪੜ੍ਹਨੀ ਹੈ ਤੇ ਫਿਰ ਜਦੋਂ ਇਕੱਠੇ ਬਹਿਣਾ ਹੈ ਸਿੱਖਾਂ ਨੇ, ਸਾਰਿਆਂ ਰਲ ਮਿਲ ਕਰਕੇ ਆਪਸ ਦੇ ਵਿੱਚ ਵਿਚਾਰ ਵੀ ਕਰਨੀ ਹੈ, ਗੁਰਬਾਣੀ ਦੇ ਅਰਥ ਸਮਝਣੇ ਹਨ। ਕਿਆ ਆਸ਼ੈ ਗੁਰਦੇਵ ਉਚਾਰਾ, ਵੀ ਪਤਾ ਲੱਗੇ ਵੀ ਗੁਰਬਾਣੀ ਵਿੱਚ ਕੀ ਮਹਾਰਾਜ ਨੇ ਸਿਧਾਂਤ ਉਚਾਰਨਾ ਕੀਤਾ, ਸਾਨੂੰ ਕੀ ਕੀ ਉਪਦੇਸ਼ ਬਖਸ਼ਿਸ਼ ਕੀਤੇ ਆ। ਵੀ ਪੜ੍ਹਿਆ ਤਾਂ ਨਹੀਂ ਨਾ ਸਾਰਾ ਪਤਾ ਲੱਗਣਾ, ਇਹਨੂੰ ਵਿਚਾਰਨਾ ਹੈ, ਗੁਰਬਾਣੀ ਦੇ ਅਰਥ ਪੜ੍ਹਨੇ ਐ, ਸਮਝਣੇ ਹਨ। ਤਿਆਗਣ ਕਹਿਓ ਸੋ ਤਿਆਗ ਕਰੀਜੈ, ਤੇ ਗੁਰਬਾਣੀ ਦੇ ਜਦੋਂ ਅਰਥ ਸੁਣੋਗੇ ਤੇ ਜੋ ਗੁਰਬਾਣੀ ਵਿੱਚ ਛੱਡਣ ਨੂੰ ਆਖਿਆ ਹੋਵੇਗਾ ਵੀ ਆਹ ਕੰਮ ਛੱਡਣੇ ਆ, ਦੁਬਿਧਾ ਛੱਡਣੀ ਆ, ਈਰਖਾ ਛੱਡਣੀ ਆ, ਵਿਸ਼ੇ ਛੱਡਣੇ ਆ, ਤੋ ਉਹ ਸਾਰੇ ਵਿਸ਼ੇ ਵਿਕਾਰਾਂ ਨੂੰ ਛੱਡ ਦੇਣਾ ਹੈ। ਗ੍ਰਹਿਣ ਜੋਗ ਸੋ ਗ੍ਰਹਿਣ ਤਰੀਜੈ, ਤੇ ਜੋ ਗੁਰਬਾਣੀ ਆਖੇਗੀ ਗ੍ਰਹਿਣ ਕਰਨਾ, ਉਹਨੂੰ ਗ੍ਰਹਿਣ ਕਰ ਲੈਣਾ। ਵੀ ਮਹਾਰਾਜ ਕਹਿੰਦੇ ਭਾਈ ਮੁਕਤੀ ਦਾ ਸਿੱਧਾ ਹੀ ਰਾਹ ਹੈ, ਗੁਰਬਾਣੀ ਪੜ੍ਹਨੀ ਹੈ, ਉਹਨੂੰ ਗੁਰਬਾਣੀ ਨੂੰ ਵਿਚਾਰਨਾ, ਤੇ ਉਹਦੇ ਅਰਥ ਜਦੋਂ ਪੜ੍ਹੋ, ਸੁਣੋ, ਸਮਝੋਗੇ, ਉਹਦੇ ਵਿੱਚ ਦੋ ਹੀ ਗੱਲਾਂ, ਜੋ ਗੁਰਬਾਣੀ ਕਹਿੰਦੀ ਛੱਡੋ, ਛੱਡ ਦਿਓ, ਤੇ ਜੋ ਪਾਤਸ਼ਾਹ ਦੀ ਗੁਰਬਾਣੀ ਕਹਿੰਦੀ ਗ੍ਰਹਿਣ ਕਰ ਲਓ, ਪਕੜ ਲਓ, ਇਹ ਧਾਰਨ ਕਰ ਲਓ,
ਉਹ ਧਾਰਨ ਕਰ ਲੈਣਾ ਹੈ। ਪੁਨ ਬੂਝਤ ਭੇ ਕੀਨ ਉਚਾਰਨ। ਇਹਨਾਂ ਫਿਰ ਹੱਥ ਜੋੜੇ ਤੇ ਮਹਾਰਾਜ ਨੂੰ ਗਰੀਬ ਨਵਾਜ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ ਐ। ਬਾਣੀ ਪੜਨ ਸੋ ਔਰ ਵਿਚਾਰਨ। ਮਹਾਰਾਜ ਤੁਸੀਂ ਦੋ ਰਾਹ ਦੱਸੇ, ਇੱਕ ਬਾਣੀ ਪੜ੍ਹਨੀ ਤੇ ਦੂਜਾ ਬਾਣੀ ਨੂੰ ਵਿਚਾਰਨਾ, ਉਹਦੇ ਅਰਥ ਸਮਝਣੇ ਹਨ। ਕੇਤਿਕ ਪੁਨ ਦੋਹਨ ਕੋ ਹੋਏ। ਦੁਆਰਾ ਪੜ੍ਹੋ। ਕੇਤਿਕ ਪੁਨ ਦੋਹਨ ਕੋ ਹੋਏ। ਤੋ ਕਿੰਨਾ ਕੁ ਪੁੰਨ ਹੈ ਦੋਹਾਂ ਦਾ ਮਹਾਰਾਜ ਜੀ, ਫਲ ਕਿੰਨਾ ਕੁ ਇਹਨਾਂ ਦੋਹਾਂ ਦਾ? ਵੀ ਗੁਰਬਾਣੀ ਪੜ੍ਹਨ ਦਾ ਵੱਧ ਫਲ ਹੈ ਕਿ ਗੁਰਬਾਣੀ ਦੇ ਅਰਥ ਸਮਝਣ ਦਾ ਜ਼ਿਆਦਾ ਫਲ ਹੈ? ਬਾਣੀ ਪੜਨ ਅਧਿਕ ਦੇਤ ਫਲ ਕਹੀਐ ਸੋਏ। ਤੇ ਮਹਾਰਾਜ ਜੀ ਇਹ ਦੱਸੋ ਵੀ ਜਿਹੜੀ ਵੱਧ ਫਲ ਦਿੰਦੀ ਹੈ, ਗੁਰਬਾਣੀ ਪੜ੍ਹਨ ਦਾ ਫਲ ਜ਼ਿਆਦਾ ਹੈ ਕਿ ਗੁਰਬਾਣੀ ਦੇ ਅਰਥ ਸਮਝਣ ਦਾ ਫਲ ਜ਼ਿਆਦਾ ਹੈ? ਜਿਹਦਾ ਫਲ ਜ਼ਿਆਦਾ ਹੈ ਸਾਨੂੰ ਕਿਰਪਾ ਕਰਕੇ ਉਹ ਦੱਸਣਾ ਕਰੋ ਜੀ। ਸੁਣਾ ਹੈ ਮਹਾਤਮ ਰਾਵਰ ਮੁਖ ਤੇ ਤੇ। ਮਹਾਰਾਜ ਉਹ ਸਾਰਾ ਮਹਾਤਮ ਅਸੀਂ ਤੁਹਾਡੇ ਮੁਖ ਤੋਂ ਸੁਣਨਾ ਚਾਹੁੰਦੇ ਹਾਂ ਵੀ ਬਾਣੀ ਪੜ੍ਹਨ ਦਾ ਫਲ ਜ਼ਿਆਦਾ ਹੈ ਕਿ ਬਾਣੀ ਜਿਹੜੀ ਹੈ ਉਹ ਵਿਚਾਰਨ ਦਾ ਅਰਥ ਸਮਝਣ ਦਾ ਫਲ ਜ਼ਿਆਦਾ ਹੈ? ਸੋ ਹਮ ਕਰਹਿ ਮਿਲ ਹੈ ਜਿਸ ਸੁਖ ਤੇ ਤੇ। ਜਿਹਦੇ ਤੋਂ ਸੁੱਖ ਵੱਧ ਮਿਲਦਾ ਮਹਾਰਾਜ ਅਸੀਂ ਉਹੀ ਕਰਾਂਗੇ। ਜੇ ਤੁਸੀਂ ਆਖੋਗੇ ਪੜ੍ਹਨ ਦਾ ਫਲ ਜ਼ਿਆਦਾ, ਅਸੀਂ ਪੜ੍ਹਾ ਕਰਾਂਗੇ। ਜੇ ਬਾਣੀ ਦੇ ਅਰਥਾਂ ਦਾ ਸਮਝਣ ਦਾ ਫਲ ਜ਼ਿਆਦਾ ਹੈ ਫਿਰ ਅਸੀਂ ਉਹ ਤਰੀਕਾ ਅਪਣਾ ਲਵਾਂਗੇ। ਕਹਿਓ ਗੁਰੂ ਇਨ ਕੋ ਫਲ ਜਾਨੋ। ਤੇ ਗਰੀਬ ਨਵਾਜ ਕਹਿੰਦੇ ਭਾਈ ਸੁਣ ਲਓ ਫਿਰ ਪੜ੍ਹਨ ਦਾ ਫਲ ਕੀ ਹੈ ਤੇ ਬਾਣੀ ਦੇ ਅਰਥ ਸਮਝਣ ਦਾ ਫਲ ਕੀ ਹੈ? ਸੁਣ ਕੀ ਜਹ ਸ਼ਰਦਾ ਔਰ ਠਾਨੋ। ਤੇ ਸੁਣ ਕੇ ਆਪਦੇ ਹਿਰਦੇ ਵਿੱਚ ਸ਼ਰਧਾ ਧਾਰ ਕੇ ਰੱਖ ਲੈਣੀ ਹੈ, ਸ਼ਰਧਾ ਧਾਰ ਲੈਣੀ ਹੈ ਵੀ ਜੋ ਤੁਹਾਨੂੰ ਚੰਗਾ ਲੱਗਾ ਉਹ ਕਰ ਲੈਣਾ ਹੈ। ਜੋ ਗੁਰਬਾਣੀ ਪਾਠ ਕਰੰਤਾ। ਮਹਾਰਾਜ ਕਹਿੰਦੇ ਐ ਭਾਈ ਜਿਹੜਾ ਤਾਂ ਬਾਣੀ ਦਾ ਪਾਠ ਪੜ੍ਹਦਾ, ਕੋਈ ਗੁਰਬਾਣੀ ਪੜ੍ਹੀ ਜਾਂਦੀ ਹੈ, ਮਹਾ ਪਾਪ ਕੋ ਹੋਵਤ ਹੰਤਾ। ਉਹ ਗੁਰਬਾਣੀ ਪੜ੍ਹਨ ਦੇ ਨਾਲ ਜਿਹੜੇ ਪਾਪ ਹੈ ਵੱਡੇ ਕੀਤੇ ਪਿਛਲੇ ਉਹਨਾਂ ਦਾ ਫਲ ਤੇ ਪਾਪ ਸੜ ਭੁੱਜ ਜਾਂਦੇ ਆ, ਪਾਪ ਨਾਸ਼ ਹੁੰਦੇ ਆ ਗੁਰਬਾਣੀ ਪੜ੍ਹਨ ਦੇ ਨਾਲ। ਅੰਤਹਿ ਕਰਣ ਬਿਮਲ ਨਿਤ ਕਰੈ। ਤੇ ਬਾਣੀ ਜਿਹੜੇ ਪੜ੍ਹਦੇ ਆ ਉਹ ਪੜ੍ਹ ਕੇ ਬਾਣੀ ਪੜ੍ਹਨ ਦਾ ਫਲ ਇਹ ਹੈ, ਇੱਕ ਤਾਂ ਬਾਣੀ ਪੜ੍ਹਨ ਦੇ ਨਾਲ ਪਾਪ ਨਾਸ਼ ਹੁੰਦੇ ਆ, ਦੂਜਾ ਹਿਰਦਾ ਜਿਹੜਾ ਅੰਤਹਿਕਰਨ ਤੋਂ ਮਨ ਚਿੱਤ ਬੁੱਧ, ਇਹ ਅੰਤਹਿਕਰਨ ਹੈ ਜਿਹੜਾ ਇਹ ਸਵਸਥ ਹੋ ਜਾਂਦਾ ਹੈ, ਇਹਦੇ ਵਿੱਚੋਂ ਮੈਲ ਕੱਟੀ ਜਾਂਦੀ ਹੈ, ਉਜਲਾ ਹੋ ਜਾਂਦਾ ਹੈ। ਪ੍ਰੀਤ ਸਹਿਤ ਨਿਤ ਪ੍ਰਤ ਜੋਰ ਰੈ। ਤੇ ਪ੍ਰੇਮ ਦੇ ਸਹਿਤ ਜਿਹੜਾ ਰੋਜ਼ ਗੁਰਬਾਣੀ ਪੜ੍ਹਦਾ ਰਹਿੰਦਾ ਹੈ। ਕਰਹਿ ਕੰਠ ਪਠ ਅੰਮ੍ਰਿਤ ਵੇਲੇ। ਤੇ ਜਿਹੜਾ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ ਤੇ ਪੜ੍ਹ ਕੇ ਬਾਣੀ ਕੰਠ ਕਰਦਾ ਹੈ, ਜ਼ੁਬਾਨੀ ਯਾਦ ਕਰਦਾ ਹੈ। ਇੱਕ ਚਿੱਤ ਹੋਵੈ ਕਰ ਮਨ ਕੋ ਮੇਲੇ। ਤੇ ਮਨ ਨੂੰ ਮੇਲ ਕੇ ਟਿਕਾ ਕੇ ਗੁਰਬਾਣੀ ਦੇ ਵਿੱਚ ਧਿਆਨ ਕਰਕੇ ਜਿਹੜਾ ਇੱਕ ਚਿੱਤ ਹੋ ਕਰਕੇ ਕੰਠ ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਕੰਠ ਕਰਦਾ ਹੈ, ਕੰਠ ਗੁਰਬਾਣੀ ਪੜ੍ਹਦਾ ਹੈ ਜਾਂ ਉਸ ਤਰ੍ਹਾਂ ਪੋਥੀ ਤੋਂ ਪੜ੍ਹਦਾ ਹੈ, ਅਧਿਕ ਪੁੰਨ ਉਪਜਹਿ ਸੁਖ ਪਾਵੈ। ਓਨਾ ਹੀ ਪੁੰਨ ਵੱਧਦਾ ਜਾਂਦਾ ਹੈ। ਤੇ ਜਿੰਨਾ ਪੁੰਨ ਵਧੇਗਾ ਓਨਾ ਫਲ ਵੱਧ ਜਾਂਦਾ ਹੈ, ਜਿਵੇਂ ਫਲ ਵੱਧਦਾ ਫਿਰ ਓਨੇ ਵੱਧ ਸੁੱਖ ਪੈਦਾ ਹੁੰਦੇ ਪ੍ਰਾਪਤ ਹੁੰਦੇ ਆ। ਪਠਹਿ ਸੁਣਹਿ ਨਰ ਬ੍ਰਿੰਦ ਸੁਣਾਵੈ। ਬਾਕੀ ਜੇ ਕੋਈ ਬਾਣੀ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਨਾਲ ਦੂਜਿਆਂ ਨੂੰ ਵੀ ਸੁਣਾਉਂਦਾ ਹੈ, ਆਪ ਬਾਣੀ ਵੀ ਪੜ੍ਹਦਾ ਹੈ ਤੇ ਦੂਜਿਆਂ ਨਾਲਦਿਆਂ ਨੂੰ ਵੀ ਬਾਣੀ ਬੋਲ ਕੇ ਸੁਣਾਉਂਦਾ ਹੈ। ਧਰਹਿ ਜੋ ਕਾਮਣ ਪੂਰਨ ਸੋਏ। ਉਹ ਜੋ ਮਨ ਵਿੱਚ ਇੱਛਾ ਰੱਖਦਾ ਉਹਦੀ ਪੂਰੀ ਹੋ ਜਾਂਦੀ। ਜਿਹੜਾ ਆਪ ਬਾਣੀ ਪੜ੍ਹਦਾ ਹੈ ਤੇ ਦੂਜਿਆਂ ਨੂੰ ਸੁਣਾਉਂਦਾ ਉਹ ਜੋ ਵੀ ਮਨ ਵਿੱਚ ਇੱਛਾ ਰੱਖੇਗਾ ਉਹਦੀ ਇੱਛਾ ਪੂਰੀ ਹੋਵੇਗੀ। ਜੋ ਨਿਸ਼ਕਾਮ ਹਿਰਦਾ ਸੁਧ ਹੋਏ। ਤੇ ਜਿਹੜਾ ਨਿਸ਼ਕਾਮ ਹੈ ਵੀ ਬਾਣੀ ਪੜ੍ਹਦਾ ਵੀ ਤੇ ਪੜ੍ਹਾਉਂਦਾ ਤੇ ਸੁਣਾਉਂਦਾ ਵੀ ਹੈ ਤੇ ਉਹਦੇ ਮਨ ਵਿੱਚ ਕਾਮਨਾ ਨਾ ਹੋਵੇ, ਜੇ ਕੋਈ ਵੀ ਕੁਝ ਮੰਗਦਾ ਹੀ ਨਾ ਹੋਵੇ, ਮਹਾਰਾਜ ਕਹਿੰਦੇ ਭਾਈ ਉਹਦਾ ਫਲ ਇਹ ਹੈ ਵੀ ਉਹਦਾ ਹਿਰਦਾ ਸ਼ੁੱਧ ਹੋ ਜਾਵੇਗਾ, ਬਹੁਤ ਛੇਤੀ ਉਹਦਾ ਹਿਰਦਾ ਸ਼ੁੱਧ ਹੋ ਜਾਵੇਗਾ। ਸੇਵਾ ਕਰ ਤੋਹਿ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਬਾਣੀ ਪੜ੍ਹਨ ਦੇ ਨਾਲ ਮਨ ਬਹੁਤ ਛੇਤੀ ਉਜਲਾ ਹੁੰਦਾ ਹੈ। ਜੇ ਗੁਰਬਾਣੀ ਰਹਿ ਵਿਚਾਰਤ। ਤੇ ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਦੀ ਵਿਚਾਰ ਕਰਦੇ ਰਹਿੰਦੇ ਆ, ਅਰਥ ਸਮਝਦੇ ਆ, ਪੜ੍ਹਦੇ ਹਨ। ਬਾਂਛਾ ਜਸ ਆਦਿਕ ਨਹਿ ਧਾਰਤ। ਤੇ ਮਨ ਵਿੱਚ ਇੱਛਾ ਨਹੀਂ ਰੱਖਦੇ ਵਡਿਆਈ ਦੀ। ਗੁਰਬਾਣੀ ਦੇ ਅਰਥ ਪੜ੍ਹਦੇ ਸੁਣਦੇ ਆ ਪਰ ਮਨ ਵਿੱਚ ਇੱਛਾ ਨਹੀਂ ਰੱਖਦੇ ਵੀ ਸਾਡੀ ਸੋਭਾ ਵਡਿਆਈ ਹੋਵੇ। ਕੇਵਲ ਚਾਹੇ ਹਿਰਦੈ ਕਲਿਆਣ। ਹਰ ਹਿਰਦੇ ਵਿੱਚ ਕੇਵਲ ਤੇ ਕੇਵਲ ਕਲਿਆਣ ਚਾਹੁੰਦੇ ਆ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ।
ਪਰਮੇਸ਼ਰ ਦੇ ਵਿੱਚ ਅਭੇਦ ਹੋਣਾ ਲੋਚਦੇ ਆ, ਹੋਰ ਕੋਈ ਮਨ ਵਿੱਚ ਸੰਸਾਰ ਦੇ ਪਦਾਰਥਾਂ ਦੀ ਇੱਛਾ ਨਹੀਂ ਰੱਖਦੇ। ਤਿੰਨ ਪੁਰਖਣ ਹੋਏ ਪ੍ਰਾਪਤ ਗਿਆਨ, ਉਹਨਾਂ ਨੂੰ ਫਿਰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਆਉਂਦੀ ਹੈ। ਜਿਮ ਕਾਸ਼ਟ ਮਹਿ ਪਾਵ ਕਰ ਹੈ। ਹੁਣ ਸੁਣੋ ਵੀ ਬ੍ਰਹਮ ਗਿਆਨ ਦੀ ਦਾਤ ਕਿਵੇਂ ਪ੍ਰਾਪਤ ਹੁੰਦੀ ਹੈ। ਪ੍ਰਮਾਣ ਦੇ ਕੇ ਹਜ਼ੂਰ ਕਹਿੰਦੇ ਭਾਈ, ਜਿਵੇਂ ਲੱਕੜ ਦੇ ਵਿੱਚ ਅੱਗ ਰਹਿੰਦੀ ਹੈ, ਅੱਗ ਜਿਹੜੀ ਹੈ ਉਹ ਲੱਕੜ ਦੇ ਵਿੱਚ ਜਿਵੇਂ ਛੁਪੀ ਹੁੰਦੀ ਹੈ, ਬਿਨਾ ਜਤਨ ਤੇ ਨਰ ਨਹਿ ਲਹੈ। ਪਰ ਉਹ ਯਤਨ ਕਰੇ ਤੋਂ ਬਿਨਾਂ ਨਹੀਂ ਨਾ ਪ੍ਰਗਟ ਹੁੰਦੀ। ਅੱਗ ਤਾਂ ਲੱਕੜ ਦੇ ਵਿੱਚ ਹੀ ਹੁੰਦੀ ਹੈ, ਪਰ ਯਤਨ ਕਰੇ ਤੋਂ ਬਿਨਾਂ ਹੱਥ ਨਹੀਂ ਆਉਂਦੀ, ਜਾਂ ਕਹੋ ਪ੍ਰਗਟ ਨਹੀਂ ਹੁੰਦੀ ਹੈ। ਕਰ ਉਪਾਉ ਜੇ ਲੇਤ ਨਿਕਾਸ, ਤੇ ਜੇ ਕੋਈ ਉਪਾਅ ਕਰਕੇ ਉਹ ਲੱਕੜ ਦੇ ਵਿੱਚੋਂ ਅੱਗ ਪ੍ਰਾਪਤ ਕਰ ਲਵੇ, ਕੱਢ ਲੈਂਦਾ ਹੈ, ਕਾਰਜ ਸਕਹਿ ਸੰਪੂਰਨ ਰਾਸ। ਤੇ ਉਹਦੇ ਸਾਰੇ ਕੰਮ ਰਾਸ, ਜਿਵੇਂ ਆ ਲੱਕੜ ਦੇ ਵਿੱਚ ਹੀ ਅੱਗ ਆ ਨਾ, ਬਾਹਰੋਂ ਥੋੜੀ ਜਿਹੀ ਅੱਗ ਦੇ ਦਿਓ ਤੇ ਮੁੜ ਕੇ ਆਪੇ ਹੀ ਬਲੀ ਜਾਂਦੀ ਹੈ। ਪਹਿਲੀ ਐ ਮਹਾਰਾਜ ਕਹਿੰਦੇ ਪ੍ਰਗਟ ਕਰਨੀ ਔਖੀ ਹੈ, ਲੱਕੜ ਚੋਂ ਸਿੱਧੀ ਅੱਗ ਤਾਂ ਨਹੀਂ ਪ੍ਰਗਟ ਹੁੰਦੀ, ਪਰ ਬਾਹਰੋਂ ਅੱਗ ਲਾਉਣ ਦੇ ਨਾਲ ਜਿਵੇਂ ਲੱਕੜ ਦੇ ਵਿੱਚੋਂ ਅੱਗ ਪ੍ਰਗਟ ਕੋਈ ਕਰ ਲਵੇ, ਤੇ ਫਿਰ ਉਹ ਪ੍ਰਸ਼ਾਦਾ ਪਾਣੀ ਬਣਾਉਣਾ ਜਾਂ ਹੋਰ ਦੂਜੇ ਤੀਜੇ ਜਿੰਨੇ ਕਾਰਜ ਹੈ ਉਹ ਸਾਰੇ ਰਾਸ ਆ ਜਾਂਦੇ ਹਨ। ਅਗਨ ਰੂਪ ਕਾਸ਼ਟ ਹੋਏ ਜਾਏ, ਤੇ ਅੱਗ ਜਿਹੜੀ ਹੁੰਦੀ ਲੱਕੜ, ਉਹ ਅੱਗ ਦਾ ਹੀ ਰੂਪ ਬਣ ਜਾਂਦੀ ਹੈ। ਵੀ ਪਹਿਲਾਂ ਲੱਕੜ ਹੁੰਦੀ ਹੈ, ਤੇ ਜਦੋਂ ਅੱਗ ਬਲ ਜਾਂਦੀ ਹੈ ਲੱਕੜ ਤੇ, ਫਿਰ ਉਹ ਲੱਕੜ ਵੀ ਕੋਲਾ ਬਣ ਜਾਂਦੀ ਹੈ, ਅੱਗ ਦਾ ਰੂਪ ਬਣ ਜਾਂਦੀ ਹੈ। ਤੇਜ ਪ੍ਰਕਾਸ਼ ਸਕਲ ਹੀ ਪਾਏ, ਤੇ ਜਿੰਨਾ ਪ੍ਰਕਾਸ਼ ਹੈ, ਤੇਜ ਹੈ ਇੱਕ ਲੱਕੜ ਵਿੱਚ, ਉਹ ਜਦੋਂ ਦੂਜੀ ਨਾਲ ਖਹਿੰਦੀ ਹੈ, ਦੂਜੀ ਲੱਕੜ ਦੇ ਉੱਪਰ ਰੱਖ ਕੇ ਅੱਗ ਲਾਈ ਦੀ ਹੈ। ਜਿਵੇਂ ਪਹਿਲੀ ਲੱਕੜ ਵਿੱਚ ਤੇਜ ਅੱਗ ਪ੍ਰਤਾਪ ਹੁੰਦਾ, ਉਸੇ ਤਰ੍ਹਾਂ ਉਹ ਦੂਜੀ ਲੱਕੜ ਵਿੱਚ ਵੀ ਪੈਦਾ ਹੋ ਜਾਂਦਾ ਹੈ। ਤਥਾ ਵਿਚਾਰਤ ਜੇ ਗੁਰਬਾਨੀ, ਇਸੇ ਤਰ੍ਹਾਂ ਗਰੀਬ ਨਵਾਜ ਕਹਿੰਦੇ ਜਿਹੜੇ ਗੁਰਬਾਣੀ ਦੀ ਵਿਚਾਰ ਸਦਾ ਕਰਦੇ ਆ, ਅਰਥ ਸਮਝਦੇ ਰਹਿੰਦੇ ਹਨ, ਤਨ ਅਭਿਮਾਨ ਹੋਏ ਤਬ ਹਾਨੀ। ਉਹਨਾਂ ਦੇ ਸਰੀਰ ਦਾ ਜਿਹੜਾ ਅਭਿਮਾਨ ਹੈ ਵੀ ਮੈਂ ਆ, ਮੈਂ ਮੇਰੀ ਆ, ਮੇਰਾ ਸਰੀਰ ਹੈ, ਇਹ ਸਾਰਾ ਕੁਝ ਨਾਸ਼ ਹੋ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ, ਜਿਹੜੀ ਲੱਕੜ ਹੁੰਦੀ ਹੈ, ਉਹ ਲੱਕੜ ਦੇ ਵਿੱਚ ਅੱਗ ਤਾਂ ਹੁੰਦੀ, ਪਰ ਐ ਨਹੀਂ ਨਾ ਪਤਾ ਲੱਗਦਾ ਵੀ ਇਹਦੇ ਵਿੱਚ ਅੱਗ ਹੈ। ਪਰ ਜਦੋਂ ਦੂਜੀ ਬਲਦੀ ਲੱਕੜ ਦੇ ਨਾਲ ਉਹਨੂੰ ਅੱਗ ਲਾ ਲਈਦੀ ਹੈ, ਅੱਗ ਬਲ ਪੈਂਦੀ ਹੈ, ਉਹ ਲੱਕੜ ਲੱਕੜ ਨਹੀਂ ਰਹਿ ਜਾਂਦੀ, ਅੱਗ ਦਾ ਅੰਗਿਆਰ ਦਾ ਰੂਪ ਧਾਰ ਲੈਂਦੀ ਹੈ। ਇਸ ਤਰ੍ਹਾਂ ਗਰੀਬ ਨਵਾਜ ਮਹਾਰਾਜ ਕਹਿੰਦੇ ਜਿਹੜੀ ਬਾਣੀ ਦੀ ਵਿਚਾਰ ਕਰਨੀ ਹੈ, ਇਹ ਬਾਹਰੋਂ ਅੱਗ ਦੇਣੀ ਹੈ, ਪਰਮੇਸ਼ਰ ਅੰਦਰ ਹੀ ਹੈ। ਪਰ ਇਹ ਗੁਰਬਾਣੀ ਐ ਸਮਝੋ ਲੱਕੜ ਹੈ ਬਲਦੀ ਹੋਈ, ਤੇ ਮਨ ਜਾਂ ਸਾਡਾ ਹਿਰਦਾ ਜਿਹੜਾ ਹੈ ਖਾਲਸਾ ਦੀ ਸੁੱਕੀ ਲੱਕੜ ਹੈ। ਜਦੋਂ ਬਾਹਰੋਂ ਲੱਕੜ ਨੂੰ ਅੱਗ ਦੇਵਾਂਗੇ, ਜਾਂ ਇਹ ਗੁਰਬਾਣੀ ਦੁਆਰਾ ਮਨ ਰੂਪੀ ਲੱਕੜ ਨੂੰ ਅੱਗ ਦੇਵਾਂਗੇ, ਇਹ ਫਿਰ ਜਿਹੜੀ ਮਨ ਵਿੱਚ ਮੈਂ ਆ, ਉਹ ਮੈਂ ਨਹੀਂ ਰਹਿ ਜਾਵੇਗੀ। ਜਿਵੇਂ ਲੱਕੜ ਅੱਗ ਲੱਗਣ ਤੋਂ ਬਾਅਦ ਅੱਗ ਦਾ ਰੂਪ ਬਣ ਜਾਂਦੀ ਹੈ, ਉਵੇਂ ਖਾਲਸਾ ਜੀ ਗੁਰਬਾਣੀ ਨਾਮ ਕਿਹਦਾ ਹੈ? ਪਰਮੇਸ਼ਰ ਦਾ, ਨਾਮੀ ਪਰਮੇਸ਼ਰ ਹੈ। ਤੋ ਜਿਹੜਾ ਪਰਮੇਸ਼ਰ ਬ੍ਰਹਮ ਹੈ, ਬ੍ਰਹਮ ਦਾ ਨਾਮ ਗੁਰਬਾਣੀ, ਤੋ ਇਹ ਜਦੋਂ ਮਨ ਨੂੰ ਮਿਲੇਗੀ, ਤੇ ਮਨ ਜਿਵੇਂ ਲੱਕੜ ਛੱਡ ਕੇ ਆਪਦਾ ਰੂਪ ਅੱਗ ਬਣ ਜਾਂਦੀ ਹੈ, ਉਵੇਂ ਖਾਲਸਾ ਜੀ ਇਹ ਮਨ ਵੀ ਗੁਰਬਾਣੀ ਬਣ ਜਾਵੇਗਾ। ਤੋ ਇਸ ਤਰ੍ਹਾਂ ਗਰੀਬ ਨਵਾਜ ਮਹਾਰਾਜ ਅੱਗੇ ਦੱਸਦੇ ਹੈ, ਨਿਜ ਸਰੂਪ ਕੋ ਖੋਜਣ ਲਾਗੇ, ਤੇ ਮੇਰੀ ਮੈਂ ਹਾਂ, ਮੇਰਾ ਸਰੀਰ ਇਹ ਛੱਡਿਆ ਜਾਂਦਾ ਹੈ, ਫਿਰ ਆਪਦੇ ਸਰੂਪ ਦੀ ਖੋਜ ਲੱਗ ਜਾਂਦੀ ਹੈ। ਉਹ ਅੰਦਰੋਂ ਫਿਰ ਜਿਹੜਾ ਅੰਦਰ ਸਰੂਪ ਸੁੱਧ ਹੈ ਸਵੈੰ, ਉਹ ਆਤਮਾ ਪਰਮਾਤਮਾ, ਉਹ ਜੀਵ ਬਾਣੀ ਵਿਚਾਰਨ ਵਾਲੇ ਉਹਦੀ ਖੋਜ ਵਿੱਚ ਲੱਗ ਜਾਂਦੇ ਆ। ਸਣੇ ਸਣੇ ਪ੍ਰਾਪਤ ਵੱਡ ਭਾਗੇ, ਤੇ ਵੱਡੇ ਭਾਗ ਹੁੰਦੇ ਆ ਜਿਨ੍ਹਾਂ ਨੂੰ ਫਿਰ ਹੌਲੀ ਹੌਲੀ ਗੁਰਬਾਣੀ ਵਿਚਾਰਦਿਆਂ, ਪੜ੍ਹਦਿਆਂ, ਅਰਥ ਸੁਣਦਿਆਂ ਉਹਦੇ ਵਿੱਚ ਜਿਹੜਾ ਵਾ ਪਰਮੇਸ਼ਰ ਉਹ ਧੀਰੇ ਪ੍ਰਗਟ ਹੋ ਜਾਂਦਾ, ਪ੍ਰਾਪਤ ਹੋ ਆਉਂਦਾ ਹੈ। ਆਤਮ ਗਿਆਨ ਪਾਏ ਬ੍ਰਹਮ ਹੋਏ, ਆਤਮਾ ਦਾ ਗਿਆਨ ਨਾਮ ਜਾਣੂ ਦਾ, ਆਤਮਾ ਤੋਂ ਜਾਣੂ ਹੋ ਕਰਕੇ ਬ੍ਰਹਮ ਹੋ ਜਾਂਦੇ ਆ। ਜਿਨ ਹਰ ਜਪਿਆ ਸੇ ਹਰ ਹੋਏ, ਉਹ ਪਰਮੇਸ਼ਰ ਦਾ ਰੂਪ ਹੋ ਜਾਂਦੇ ਆ। ਹਿਰਦੈ ਬਿਨਾਸੀ ਦੁਬਿਧਾ ਦੋਏ, ਤੇ ਦੁਬਿਧਾ ਦੁਤੀ ਭਾ ਜਿਹੜਾ ਹਿਰਦੇ ਵਿੱਚ ਸੀ ਉਹ ਸਾਰਾ ਸੜ ਕੇ ਸੁਆਹ ਹੋ ਜਾਂਦਾ, ਜਿਵੇਂ ਕੋਲੇ ਰਹਿ ਜਾਂਦੇ ਆ। ਤਨ ਹੰਤਾ ਬਿਨਸੀ ਜਿਸ ਕਾਲ, ਤੇ ਹੇ ਗੁਰਮੁਖ ਪਿਆਰੇ, ਜਦੋਂ ਹਿਰਦੇ ਵਿੱਚੋਂ ਤਨ ਦੀ ਹੰਗਤਾ ਨਾਸ਼ ਹੋ ਜਾਂਦੀ ਹੈ, ਮੇਰਾ ਸਰੀਰ ਆ ਮੈਂ ਕਰਾਂਗਾ, ਇਹ ਹਉਮੈ ਮੈਂ ਮੇਰੀ ਸਰੀਰ ਦੀ ਹੰਗਤਾ ਮੇਰ ਮਮਤਾ ਨਾਸ਼ ਹੋ ਜਾਂਦੀ ਜਦ, ਅਹੰ ਬ੍ਰਹਮ ਹਵੈ ਭਏ ਨਿਹਾਲ, ਤੇ ਫਿਰ ਉਹ ਜੀਵ ਬਾਣੀ ਵਿਚਾਰਨ ਵਾਲੇ ਸਰੀਰ ਦੀ ਹੰਗਤਾ ਛੱਡ ਕੇ
ਅਹੰ ਅਸੀਂ ਬ੍ਰਹਮ ਹਾਂ, ਭਾਵ ਮੈਂ ਹੀ ਬ੍ਰਹਮ ਹਾਂ। ਆਤਮਾ ਆਤਮਾ ਨੂੰ ਬ੍ਰਹਮ ਜਾਣ ਲੈਂਦੇ ਤੇ ਆਤਮਾ ਹੀ ਆਪ ਦਾ ਰੂਪ ਪਤਾ ਲੱਗ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਬ੍ਰਹਮ ਪਰਮੇਸ਼ਰ ਆਤਮ ਰੂਪ ਜਾਣ ਕਰਕੇ ਆਤਮ ਬੇਤੇ ਬ੍ਰਹਮ ਗਿਆਨੀ ਬ੍ਰਹਮ ਰੂਪ ਹੋ ਜਾ ਕਰਕੇ ਨਿਹਾਲ ਕਿਰਤਾਰਥ ਹੋ ਜਾਂਦੇ ਐ। ਜਾਂ ਤੇ ਤੁਮ ਸਤ ਸੰਗਤ ਕਰਕੇ ਇਸ ਕਰਕੇ ਭਾਈ ਗੁਰਮੁਖੋ ਤੁਸੀਂ ਵੀ ਸਤ ਸੰਗਤ ਰੋਜ਼ ਕਰਨੀ ਹੈ ਗੁਰਬਾਣੀ ਪੜ ਹਿਰਦੈ ਵਿਚਾਰ ਤੇ ਕੈ ਗੁਰਬਾਣੀ ਪੜ੍ਹਨੀ ਹੈ ਤੇ ਫਿਰ ਵਿਚਾਰਨੀ ਹੈ। ਵੀ ਜੇ ਆਖੀਏ ਗੁਰਬਾਣੀ ਦੇ ਕਈ ਇੱਥੇ ਕਹਿੰਦੇ ਨਾ ਸੁਣਦੇ ਆ ਨਹੀਂ ਜੀ ਗੁਰਬਾਣੀ ਪੜ੍ਹਨ ਦਾ ਕੀ ਫਾਇਦਾ ਜੇ ਅਰਥ ਹੀ ਨਹੀਂ ਪਤਾ, ਤੇ ਇਹ ਨਹੀਂ ਗੱਲ ਸਾਧ ਸੰਗਤ ਜੀ। ਗੁਰਬਾਣੀ ਪੜ੍ਹਨ ਦਾ ਵੀ ਫਲ ਹੈ, ਅਰਥ ਸਮਝਣ ਦਾ ਤਾਂ ਫਲ ਫਿਰ ਹੈ ਵੱਧ। ਜਿੰਨੀ ਕੋ ਮਿਹਨਤ ਵੱਧ ਕਰੇਗਾ ਕੋਈ ਵੀ ਕਾਰਜ ਹੈ, ਉਹ ਜਿੰਨੀ ਮਿਹਨਤ ਵੱਧ ਕਰੇਗਾ ਉਨਾ ਫਲ ਉਹਨੂੰ ਵੱਧ ਮਿਲਦਾ। ਤੇ ਜੇ ਗੁਰਬਾਣੀ ਪੜ੍ਹੋਗੇ ਉਹਦੇ ਤੇ ਜਿੰਨੀ ਕੁ ਮਿਹਨਤ ਲੱਗਦੀ ਹੈ, ਗੁਰਬਾਣੀ ਪੜ੍ਹਨ ਦਾ ਵੀ ਫਲ ਹੈ ਤੇ ਗੁਰਬਾਣੀ ਪੜ੍ਹ ਕੇ ਜੇ ਉਹਦੇ ਅਰਥ ਸਮਝ ਲਓ ਤੇ ਉਹਦਾ ਫਲ ਵੀ ਖਾਲਸਾ ਉਨਾ ਵੱਧਦਾ ਜਾਂਦਾ ਹੈ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਸੰਗਤ ਵਿੱਚ ਰਹਿਣਾ, ਸੰਗਤ ਕਰਨੀ ਹੈ ਤੇ ਨਾਲ ਬਾਣੀ ਪੜ੍ਹਨੀ ਹੈ, ਉਹਦੇ ਅਰਥ ਪੜ੍ਹਨੇ ਸੁਣਨੇ ਵਿਚਾਰਨੇ ਹੈ ਕਰਹ ਆਪਣੀ ਸ਼ੁਭ ਤੇ ਕਲਿਆਣ ਇਸ ਤਰ੍ਹਾਂ ਆਪਣੀ ਕਲਿਆਣ ਕਰ ਲੈਣੀ ਹੈ। ਜਗ ਬੰਧਨ ਹਵੈ ਹੈ ਸਭ ਹਾਨ ਜਿਹੜਾ ਬਾਣੀ ਪੜ੍ਹੇਗਾ ਤੇ ਬਾਣੀ ਵਿਚਾਰੇਗਾ, ਸੰਸਾਰ ਦੇ ਬੰਧਨ ਕਰਤਾ ਭੋਗਤਾ ਹੰਗਤਾ ਮਮਤਾ ਸਭ ਨਾਸ਼ ਹੋ ਜਾਵਣਗੇ। ਗੁਰਬਚ ਸੁਣ ਕਰ ਚਾਰੋਂ ਭਲੇ ਇਹਨਾਂ ਚਾਹੁਣੇ ਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਸੁੰਦਰ ਜਦੋਂ ਸੁਣੇ ਹਨ ਲੱਗੇ ਵਿਚਾਰਨ ਸਤ ਸੰਗ ਮਿਲੇ ਤੇ ਬਚਨ ਮੰਨ ਕੇ ਸਤ ਸੰਗਤ ਕਰਨ ਲੱਗੇ। ਰਲ ਮਿਲ ਕਰਕੇ ਸੰਗਤਾਂ ਦੇ ਨਾਲ ਬਾਣੀ ਪੜ੍ਹਦੇ ਐ, ਬਾਣੀ ਵਿਚਾਰਦੇ ਹਨ। ਝਾਂਜ ਮੁਕੰਦਾ ਅਪਰ ਕਿਦਾਰਾ ਐ ਮਹਾਰਾਜ ਨੇ ਇਹਨਾਂ ਦੀ ਕਲਿਆਣ ਕੀਤੀ। ਅੱਗੇ ਭਾਈ ਝਾਨ ਜੀ, ਭਾਈ ਮੁਕੰਦਾ ਤੋਂ ਅੱਗੇ ਅਪਰ ਅਰ ਭਾਈ ਕਿਦਾਰਾ ਨਾਮ ਦਾ ਇਹ ਤਿੰਨ ਸਿੱਖ ਹਨ। ਹਿਤ ਕਲਿਆਣ ਆਏ ਗੁਰਦੁਆਰਾ ਤੇ ਮਹਾਰਾਜ ਦੇ ਘਰ ਹਰਮੰਦਰ ਸਾਹਿਬ ਪਹੁੰਚੇ, ਇੱਛਾ ਰੱਖ ਕੇ ਵੀ ਮਹਾਰਾਜ ਸਾਡੀ ਵੀ ਕਲਿਆਣ ਕਰਨਗੇ। ਤੀਨੋ ਨਮੋ ਕੀਨ ਥਿਤ ਪਾਸ ਮਹਾਰਾਜ ਦੇ ਪਾਸ ਆ ਕੇ ਹੱਥ ਜੋੜ ਕੇ ਮੱਥਾ ਟੇਕਿਆ, ਨਮਸਤਕ ਹੋਏ। ਤੋਂ ਨਕਮਸਤਕ ਹੋਣ ਤੋਂ ਬਾਅਦ ਗਰੀਬ ਨਵਾਜ ਮਹਾਰਾਜ ਨੂੰ ਨਮਸਕਾਰ ਕਰਕੇ ਬੇਨਤੀ ਕਰਦੇ ਆ। ਕਰ ਜੋਰਤ ਕੀਨੀ ਅਰਦਾਸ ਗਰੀਬ ਨਵਾਜ ਨੂੰ ਹੱਥ ਜੋੜ ਕੇ ਨਾ ਤਿੰਨਾਂ ਨੇ ਬੇਨਤੀ ਜਦੋਂ ਕੀਤੀ ਹੈ, ਕਿਉਂ ਕਰ ਹੋਏ ਉਦਾਰ ਹਮਾਰੋ ਮਹਾਰਾਜ ਸਭ ਤੁਹਾਡੇ ਦਰੋਂ ਵਰਸਾਏ ਜਾ ਰਹੇ ਹੈ, ਸਭ ਦਾ ਕਲਿਆਣ ਤੁਸੀਂ ਕਰਦੇ ਹੋ, ਕਿ ਮਹਾਰਾਜ ਸਾਡਾ ਵੀ ਕਿਵੇਂ ਕਰਕੇ ਉਧਾਰਾ ਹੋ ਸਕਦਾ ਹੈ। ਆਪ ਮੁਕੰਦ ਉਪਾਏ ਉਚਾਰੋ ਮਹਾਰਾਜ ਆਪ ਮੁਕਤੀ ਦੀ ਕੰਦਲ ਹੋ, ਗੰਦਲ ਹੋ, ਮੁਕਤੀ ਦੇ ਬੱਦਲ ਹੋ, ਮੁਕਤੀ ਦੇ ਦਾਤੇ ਹੋ। ਕਿਰਪਾ ਕਰੋ ਮਹਾਰਾਜ, ਕੋਈ ਉਪਾਏ ਦੱਸੋ ਸਾਨੂੰ ਵੀ ਅਸੀਂ ਵੀ ਇਸ ਸੰਸਾਰ ਤੋਂ ਉਧਰ ਜਾਈਏ ਜੀ। ਸੁਣ ਸ਼੍ਰੀ ਅਰਜਨ ਤਬਹਿ ਬਖਾਨਾ ਇਹਨਾਂ ਦੀ ਬੇਨਤੀ ਸੁਣ ਕੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਤੁਮ ਜਾਣਤ ਹੋ ਰਾਗ ਮਹਾਨਾ ਮਹਾਰਾਜ ਕਹਿੰਦੇ ਤੁਸੀਂ ਰਾਗ ਜਾਣਦੇ ਹੋ ਭਾਈ, ਵੀ ਤੁਸੀਂ ਚੰਗੀ ਤਰ੍ਹਾਂ ਰਾਗ ਵਿਦਿਆ ਪੜ੍ਹੇ ਹੋਏ ਹੋ, ਰਾਗਾਂ ਤੋਂ ਜਾਣੂ ਹੋ। ਗੁਰਬਾਣੀ ਰਾਗਣ ਮਹਿ ਗਾਓ ਤੇ ਤੁਸੀਂ ਕਿਉਂਕਿ ਸਾਧ ਸੰਗਤ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਦਇਆਨਿਧ ਪਰਮੇਸ਼ਰ ਸਰੂਪ ਹੈ ਤੇ ਪਾਤਸ਼ਾਹ ਜੀ ਜਿਹੋ ਜਿਹਾ ਅਧਿਕਾਰੀ ਵੇਂਦੇ ਉਹੋ ਜਿਹਾ ਉਪਦੇਸ਼ ਦਿੰਦੇ ਆ। ਇਹ ਰਾਗ ਵਿਦਿਆ ਤੋਂ ਜਾਣੂ ਸੀ, ਸੰਗੀਤ ਵਿਦਿਆ ਤੋਂ, ਤੇ ਗਰੀਬ ਨਵਾਜ ਮਹਾਰਾਜ ਕਹਿੰਦੇ ਭਾਈ ਤੁਸੀਂ ਰਾਗ ਵਿਦਿਆ ਪੜ੍ਹੇ ਹੋਏ ਹੋ, ਰਾਗਾਂ ਤੋਂ ਜਾਣੂ ਹੋ, ਤੁਹਾਡਾ ਕਲਿਆਣ ਇਸੇ ਚ ਹੈ ਵੀ ਤੁਸੀਂ ਗੁਰਬਾਣੀ ਗਾਇਆ ਕਰੋ ਰਾਗਾਂ ਦੇ ਵਿੱਚ। ਨੀਕੇ ਪ੍ਰਭ ਕੋ ਸੋ ਜਸ ਬਸਾਓ ਤੇ ਗਰੀਬ ਨਵਾਜ ਪਰਮੇਸ਼ਰ ਦਾ ਜਸ ਵਸਾ ਲਓ ਚੰਗੀ ਤਰ੍ਹਾਂ ਆਪਦੇ ਹਿਰਦੇ ਦੇ ਵਿੱਚ, ਰਾਗਾਂ ਦੇ ਸਹਿਤ ਸੋਹਣੀ ਗੁਰਬਾਣੀ ਗਾਇਆ ਕਰੋ, ਕੀਰਤਨ ਕਰਿਆ ਕਰੋ। ਜਿਉਂ ਜਿਉਂ ਆਨੰਦ ਰਾਗ ਤੇ ਪਾਓ ਜਿਵੇਂ ਜਿਵੇਂ ਤੁਸੀਂ ਰਾਗਾਂ ਦੇ ਵਿੱਚ ਕੀਰਤਨ ਕਰਕੇ ਵੱਧ ਆਨੰਦ ਤੁਹਾਨੂੰ ਪ੍ਰਾਪਤ ਹੋਵੇਗਾ, ਤਿਉਂ ਤਿਉਂ ਪ੍ਰੇਮ ਅਧਿਕ ਉਪਜਾਓ। ਉਵੇਂ ਉਵੇਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਤੇ ਮਹਾਰਾਜ ਦੇ ਸਰੂਪ ਨਾਲ ਤੁਹਾਡਾ ਪ੍ਰੇਮ ਵਧੀ ਜਾਣਾ ਹੈ। ਕਲ ਜੁਗ ਮਹਿ ਕੀਰਤਨ ਮਾਨਿੰਦ ਕਿਉਂਕਿ ਪਾਤਸ਼ਾਹ ਕਹਿੰਦੇ ਕਲਯੁਗ ਦੇ ਵਿੱਚ ਜਿਹੜਾ ਕੀਰਤਨ ਹੈ ਇਹਦੇ ਬਰਾਬਰ ਦਾ ਨਹੀਂ ਅਪਰ ਕੋ ਇਹੀ ਬਿਲੰਦ ਹੋਰ ਕੋਈ ਸਾਧਨ ਨਹੀਂ। ਕਲਯੁਗ ਮਹਿ ਕੀਰਤਨ ਪ੍ਰਧਾਨਾ। ਗਰੀਬ ਨਵਾਜ ਕਹਿੰਦੇ ਭਾਈ ਝਾਨ ਜੀ ਸੰਸਾਰ ਦੇ ਵਿੱਚ ਕਲਯੁਗ ਦੇ ਸਮੇਂ ਵਿੱਚ ਹੋਰ ਕੋਈ ਵੀ ਇਹੋ ਜਿਹਾ ਸਾਧਨ ਨਹੀਂ ਕੀਰਤਨ ਵਰਗਾ,
ਕੀਰਤਨ ਸਾਰਿਆਂ ਤੋਂ ਸ਼੍ਰੇਸ਼ਟ ਹੈ। ਕਠਨ ਮਹਾ ਤਪ ਜੇ ਕੋ ਵੀ ਕਰੈ, ਮੰਨ ਲਓ ਜੇ ਕੋ ਕਈ ਹਜ਼ਾਰਾਂ ਸਾਲ ਮਹਾਨ ਤਪ ਵੀ ਕਰਦਾ ਰਹੇ, ਔਖੇ ਤੋਂ ਔਖੇ ਧੂਣੀਆਂ ਤਾ ਕੇ ਜਾਂ ਜਲ ਵਿੱਚ ਖੜ ਕੇ ਹੋਰ ਤਰ੍ਹਾਂ ਦੇ ਹਜ਼ਾਰਾਂ ਸਾਲ ਕੋਈ ਤਪ ਕਰਦਾ ਰਹੇ, ਸਰੀਰ ਨੂੰ ਤਪਾਉਂਦਾ ਰਹੇ, ਕੀਰਤਨ ਸਮਤਾ ਕਿਉ ਹੂ ਨਾ ਧਰੈ। ਪਰ ਕੀਰਤਨ ਦੀ ਬਰਾਬਰੀ ਫਿਰ ਵੀ ਨਹੀਂ ਕਰ ਸਕਦਾ। ਤੋ ਕਰੋੜਾਂ ਲੱਖਾਂ ਸਾਲ ਦੇ ਕੀਤੇ ਹੋਏ ਤਪ ਵੀ ਕੀਰਤਨ ਦੀ ਬਰਾਬਰੀ ਨਹੀਂ ਕਰਦੇ ਐ। ਅਪਰ ਸੋ ਕਰਮ ਕਰਨ ਜੇ ਸਾਰੇ, ਤੇ ਹੋਰ ਵੀ ਜਿੰਨੇ ਕੋ ਕਰਮ ਕਾਂਡ ਕਰਨ ਵਾਲੇ ਸਾਰੇ ਐ। ਹੋਏ ਜੇ ਧਨ ਤਨ ਬਲ ਤਹ ਭਾਰੇ। ਹਾਂ, ਬਲ ਤਹਿ ਭਾਰੇ। ਤੋ ਜੇ ਮਹਾਰਾਜ ਕਹਿੰਦੇ ਜਿੰਨੇ ਵੀ ਕਰਮ ਧਰਮ ਕਰਨ ਵਾਲੇ ਐ, ਬਲ ਧਰ ਭਾਰੇ। ਜਿੰਨੇ ਵੀ ਕਰਮ ਧਰਮ ਹੈ, ਜੇ ਕੋਈ ਕਰੀ ਵੀ ਜਾਵੇ ਨਾ, ਮਾਇਆ ਕਰਕੇ ਬੜੇ ਪੁੰਨ ਦਾਨ ਕਰੇ, ਕੋਈ ਸਰੀਰ ਕਰਕੇ ਜਿੰਨਾ ਮਰਜ਼ੀ ਤਪ ਕਰਦਾ ਰਹੇ, ਆਪਦੇ ਬਲ ਕਰਕੇ ਕੋਈ ਯੱਗ ਆਦਿਕ ਵੀ ਕਰਦਾ ਰਹੇਗਾ। ਕੀਰਤਨ ਕੇ ਸਮਾਨ ਨਹਿ ਕੋਈ, ਇਹਨਾਂ ਚੋਂ ਕੋਈ ਵੀ ਗੁਰਬਾਣੀ ਦੇ ਕੀਰਤਨ ਦੀ ਬਰਾਬਰੀ ਨਹੀਂ ਕਰ ਸਕਦਾ ਹੈ। ਸਭ ਤੇ ਅਧਿਕ ਇਹੀ ਇੱਕ ਹੋਈ। ਸਾਰੇ ਸਾਧਨਾ ਤੋਂ ਜਿਹੜਾ ਸ਼੍ਰੇਸ਼ਟ ਹੈ ਭਾਈ, ਉਹ ਕੀਰਤਨ ਹੈ ਇੱਕੋ ਇੱਕ ਹੀ। ਜਾਂ ਤੇ ਤੁਮ ਕੀਰਤਨ ਨਿਤ ਕਰੋ, ਤੇ ਤੁਸੀਂ ਰਾਗ ਵਿਦਿਆ ਤੋਂ ਜਾਣੂ ਹੋ ਭਾਈ, ਇਸ ਕਰਕੇ ਰੋਜ਼ ਮਹਾਰਾਜ ਦੀ ਬਾਣੀ ਦਾ ਕੀਰਤਨ ਗਾਇਆ ਕਰੋ। ਅਪਰ ਸੁਣਾਏ ਤਾਰ ਗਨ ਤਰੋ, ਆਪ ਵੀ ਤਰ ਜਾਓ ਤੇ ਹੋਰਾਂ ਨੂੰ ਵੀ ਤਾਰੋ। ਆਪ ਤਰੇ ਸਗਲੇ ਕੁਲ ਤਾਰੇ। ਆਪ ਵੀ ਤਰੋ ਕੀਰਤਨ ਗਾ ਗਾ ਕੇ, ਤੇ ਜਿਨ੍ਹਾਂ ਨੂੰ ਸੁਣਾਓਗੇ ਉਹਨਾਂ ਦਾ ਵੀ ਭਲਾ ਹੋਵੇਗਾ। ਸੁਣ ਤੀਨੋ ਗੁਰ ਬੂਝੇ ਫੇਰੀ, ਸੁਣ ਕੇ ਨਾ ਇਹਨਾਂ ਤਿੰਨਾਂ ਨੇ ਤੇ ਸਤਿਗੁਰੂ ਪਾਤਸ਼ਾਹ ਨੂੰ ਫਿਰ ਇੱਕ ਬੇਨਤੀ ਕੀਤੀ ਹੈ। ਮਹਿਮਾ ਕੀਰਤਨ ਕਹੀ ਬਡੇਰੀ, ਵੀ ਪਾਤਸ਼ਾਹ ਤੁਸੀਂ ਕੀਰਤਨ ਦੀ ਬਹੁਤ ਮਹਿਮਾ ਕੀਤੀ ਹੈ, ਬੜੀ ਵੱਡੀ ਸੋਭਾ ਦੱਸੀ ਹੈ। ਪਾਠ ਕਰਨ ਅਰ ਕਥਾ ਕਰਨ, ਮਹਾਰਾਜ ਜੀ ਵੀ ਇੱਕ ਬੇਨਤੀ ਹੈ ਵੀ ਜਿਹੜਾ ਪਾਠ ਕਰਨਾ ਹੈ, ਕੋਈ ਕੀਰਤਨ ਕਰਨਾ ਹੈ, ਤੇ ਇੱਕ ਮਹਾਰਾਜ ਜਿਹੜੀ ਗੁਰਬਾਣੀ ਦੀ ਕਥਾ ਕਰਨੀ ਹੈ। ਫਲ ਬਰਨਾ ਇਨਕੇ ਭਿੰਨ ਭਿੰਨ, ਮਹਾਰਾਜ ਜੀ ਇਹਨਾਂ ਦਾ ਵੱਖੋ ਵੱਖਰਾ ਫਲ ਦੱਸੋ, ਵੀ ਬਾਣੀ ਪੜ੍ਹਨ ਦਾ ਫਲ ਕਿੰਨਾ ਹੈ, ਕਥਾ ਕਰਨ ਦਾ ਜਾਂ ਸੁਣਨ ਦਾ ਫਲ ਕਿੰਨਾ ਹੈ। ਕਥਾ ਦਾ ਜਿਹੜਾ ਕੋ ਅਰਥ ਗੁਰਬਾਣੀ ਦੇ, ਇਹਦਾ ਫਲ ਕਿੰਨਾ ਹੈ, ਬਾਣੀ ਪੜ੍ਹਨ ਦਾ ਫਲ ਕਿੰਨਾ ਹੈ, ਤੇ ਕੀਰਤਨ ਦਾ ਫਲ ਕਿੰਨਾ ਕੁ ਹੈ, ਇਹ ਸਾਨੂੰ ਵੱਖਰਾ ਵੱਖਰਾ ਦੱਸੋ ਜੀ। ਸ਼੍ਰੀ ਮੁਖ ਤੇ ਪੁਣ ਲੱਗੇ ਸੁਨਾਵਨ, ਤੇ ਗਰੀਬ ਨਵਾਜ ਖਾਲਸਾ ਜੀ ਆਪਣੇ ਸ਼੍ਰੀ ਕੰਠ ਤੋਂ ਹੁਣ ਦੱਸ ਰਹੇ ਹੈ। ਬਾਣੀ ਪਾਠ ਕਰਹਿ ਜੇ ਪਾਵਨ, ਮਹਾਰਾਜ ਕਹਿੰਦੇ ਜੇ ਕੋਈ ਪਾਵਨ ਪਵਿੱਤਰ ਗੁਰਬਾਣੀ ਦਾ ਪਾਠ ਕਰਦਾ ਹੈ, ਜਥਾ ਕੂਪ ਕੀ ਖੇਤੀ ਹੋਏ। ਉਹ ਤਾਂ ਐ ਆ ਵੀ ਜਿਵੇਂ ਖੂਹ ਦੀ ਖੇਤੀ ਹੁੰਦੀ, ਵੀ ਕਿਸੇ ਦੀ ਜ਼ਮੀਨ ਵਿੱਚ ਖੂਹ ਲੱਗਿਆ ਹੋਵੇ, ਸਿੰਚਤ ਨੀਰ ਹਰੀ ਕਰ ਸੋਏ। ਤੇ ਉੱਥੋਂ ਦਾ ਜੱਟ ਜਿਹੜਾ ਜਿਹਦੀ ਜ਼ਮੀਨ ਵਿੱਚ ਖੂਹ ਹੈ, ਉਹ ਆਪਦੇ ਲਾਗੇ ਲਾਗੇ ਦੀ ਜ਼ਮੀਨ ਨੂੰ ਖੂਹ ਚੋਂ ਪਾਣੀ ਕੱਢ ਕੱਢ ਕੇ ਤੇ ਫਸਲ ਬੀਜ ਕੇ ਪਾਲ ਲੈਂਦਾ ਹੈ। ਸ਼ੀਘਰ ਪਕਾਏ ਸਦਨ ਮਹਿ ਅੰਨ ਹੈ, ਤੇ ਸੋਹਣੀ ਫਸਲ ਸਾਂਭ ਕੇ ਛੇਤੀ ਪਕਾ ਕੇ ਵੱਢ ਕੇ ਆਪਦੇ ਘਰ ਲੈ ਆਉਂਦਾ ਹੈ। ਸਭ ਵਿਦ ਕੇ ਸੁਖ ਭੋਗਣ ਠੰਨ ਹੈ, ਤੇ ਫਸਲ ਵੇਚ ਵੱਟ ਕੇ ਸਾਰੇ ਤਰ੍ਹਾਂ ਦੇ ਸੁੱਖ ਭੋਗਦਾ ਹੈ। ਖੇਤ ਸਮੀਪ ਅਪਰ ਜੇ ਹੋਏ, ਤੇ ਖੇਤ ਉਹਦੇ ਲਾਗੇ ਹੁੰਦੇ, ਇਹਦਾ ਖੂਹ ਜਿਹੜਾ ਜ਼ਮੀਨਦਾਰ ਦਾ ਆਪਦੀ ਜ਼ਮੀਨ ਵਿੱਚ, ਉਹ ਆਪਦੀ ਤਾਂ ਪਾਲ ਲਊਗਾ। ਇਸ ਤੋਂ ਇਲਾਵਾ ਜੇ ਕੋਈ ਖੂਹ ਦੇ ਲਾਗੇ ਹੋਰ ਕੋਈ 5-7 ਕਿੱਲੇ ਜ਼ਮੀਨ ਹੈ, ਤਹ ਪੀ ਪਹੁੰਚ ਸਕਹਿ ਜਲ ਸੋਏ। ਇਹ ਖੂਹ ਦਾ ਪਾਣੀ ਵੱਧ ਤੋਂ ਵੱਧ ਕੋਈ 10 ਕਿੱਲੇ ਦੂਰ ਚਲਾ ਜਾਊ, ਖੂਹ ਤੋਂ 10-15 ਏਕੜ ਦੂਰ ਜਾ ਕੇ ਉਹਦੀ ਹੋਰ ਵੀ ਜ਼ਮੀਨ ਬੀਜ ਸਕਦਾ ਹੈ। ਦੂਰ ਖੇਤ ਕੋ ਪਹੁੰਚਤ ਨਾਹੀਂ, ਪਰ ਜਿਹੜੇ ਕੋਈ ਬਹੁਤੇ ਦੂਰ ਆ, ਜਿਵੇਂ ਕੋਈ 20 ਏਕੜ 25-50 ਜਾਂ ਕਿਲੋ 2 ਕਿਲੋਮੀਟਰ ਦੂਰ, ਜਾਂ ਸਾਰੇ ਨਗਰ ਦੀ ਖੇਤੀ ਤਾਂ ਖੂਹ ਨਹੀਂ ਨਾ ਪਾਲ ਸਕਦਾ। ਜਿਹੜਾ ਖੂਹ ਹੈ ਆਪਦੇ ਲਾਗੇ ਲਾਗੇ ਦੀ ਖੇਤੀ ਪਾਲ ਸਕਦਾ ਹੈ। ਤਿਮ ਫਲ ਸੁਨਹੁ ਸ਼ਰਵਣ ਕੀ ਮਾਹੇ। ਮਹਾਰਾਜ ਕਹਿੰਦੇ ਭਾਈ ਸੁਣੋ ਫਿਰ ਬਾਣੀ, ਪੜਨ ਦਾ ਫਲ ਕਿੰਨਾ ਕੁ ਹੈ ਕੰਨਾਂ ਦੇ ਰਾਹੀਂ। ਕੀਰਤਨ ਕਰਨ ਮੇਘ ਕੀ ਬਰਖਾ, ਵੀ ਜਿਹੜਾ ਗੁਰਬਾਣੀ ਦਾ ਪਾਠ ਕਰਨਾ ਉਹ ਖੂਹ ਦੀ ਖੇਤੀ ਹੈ, ਵੀ ਆਪ ਪੜ੍ਹ ਲਵਾਂਗੇ ਤੇ ਵੱਧ ਤੋਂ ਵੱਧ ਪਰਿਵਾਰ ਤੁਹਾਡਾ ਸੁਣ ਲਵੇਗਾ। ਜਿਵੇਂ ਜਿਹਦੀ ਜ਼ਮੀਨ 'ਚ ਖੂਹ ਹੈ ਤੇ ਫਸਲ ਉਸੇ ਦੀ ਪੱਕਣੀ ਆ ਨਾ, ਤੇ ਜੇ ਕੋਈ 5-7 ਕਿੱਲੇ ਹੋਰ ਦੀ ਵੱਧ ਤੋਂ ਵੱਧ ਪੱਕ ਜਾਵੇਗੀ, ਲਾਗੇ ਲਾਗੇ ਦੂਰ ਨਹੀਂ। ਗੁਰਬਾਣੀ ਜਿਹੜੀ ਪੜ੍ਹੀ ਜਾਂਦੀ ਆ, ਜਿਹੜੇ ਘਰ 'ਚ ਪੜ੍ਹੀ ਜਾਂਦੀ, ਉਹਦਾ ਉਧਾਰਾ ਹੁੰਦਾ, ਤੇ ਵੱਧ ਤੋਂ ਵੱਧ ਕੋਈ ਆਂਢ ਗੁਆਂਢ ਜਿਹੜਾ ਕੰਨ ਧਰ ਕੇ ਸੁਣ ਲਵੇ, ਉਹਦਾ ਕਲਿਆਣ ਹੋ ਜਾਵੇਗਾ। ਤਾਂ ਮਹਾਰਾਜ ਕਹਿੰਦੇ ਜਿਹੜਾ ਕੀਰਤਨ ਹੈ ਨਾ, ਇਹ ਬੱਦਲਾਂ ਦੀ
ਜਿਹੜੀ ਕਹੋ ਵੀ ਜਿਵੇਂ ਬੱਦਲਾਂ ਦਾ ਪਾਣੀ ਹੁੰਦਾ, ਬੱਦਲਾਂ ਦੀ ਵਰਸ਼ਾ ਦੇ ਵਾਂਗੂ ਕੀਰਤਨ ਹੈ। ਬਰਖੇ ਜਲ ਹੋਏ ਜੀਵਨ ਹਰਖਾ। ਤੇ ਜਦੋਂ ਵਰਸ਼ਾ ਪੈਂਦੀ, ਮੀਂਹ ਪੈਂਦਾ, ਫਿਰ ਉਹ ਨਹੀਂ ਨਾ ਵੇਖਦਾ ਦੂਰ ਨੇੜਾ, ਫਿਰ ਉੱਚੇ ਟਿੱਬੇ ਸਭ ਪਾਸੇ ਬਾਰਿਸ਼ ਪੈਂਦੀ ਹੈ ਤੇ ਸਾਰੇ ਜੀਵ ਵੀ ਖੁਸ਼ ਹੋ ਜਾਂਦੇ ਹਨ। ਖੇਤੀ ਜਹ ਕਹਿ ਹਰੀਅਲ ਹੋਵੇ। ਤੇ ਵਰਸ਼ਾ ਦੇ ਪਾਣੀ ਨਾਲ ਜਿੱਥੇ ਕਿੱਥੇ ਟਿੱਬਿਆਂ ਤੱਕ ਵੀ ਖੇਤੀ, ਤੇ ਸਾਰਿਆਂ ਨੂੰ ਇੱਕੋ ਜਿਹਾ ਮਿਲਦਾ, ਦੂਰ ਦੂਰ ਤੱਕ ਸਭ ਖੇਤੀ ਹਰੀ ਹੋ ਜਾਂਦੀ ਵੈ। ਸਾਬਤ ਦਾਨੋ ਤਿਨ ਮਹਿ ਜੂਵੈ। ਤੇ ਸੋਹਣੇ ਦਾਣੇ ਪੱਕ ਜਾਂਦੇ ਆ, ਖੇਤੀ ਦੇ ਅੰਦਰ ਵੇਖਣੇ ਪੈਂਦੇ ਆ। ਸੁਨਹਾ ਵਿਸਾਲ ਕਥਾ ਕੋ ਫਲ ਹੈ। ਤੋ ਮਹਾਰਾਜ ਕਹਿੰਦੇ ਕੀਰਤਨ ਦਾ ਫਲ ਹੈ ਭਾਈ, ਵੀ ਜਿਵੇਂ ਵਰਖਾ ਪੈਂਦੀ ਹੈ ਨਾ, ਐਨ ਤੇਜ ਮੋਹਲੇ ਧਾਰ, ਕੀਰਤਨ ਐ ਵੀ ਜਿਵੇਂ ਸਭ ਪਾਸੇ, ਹੁਣ ਕੀਰਤਨ ਜਿੱਥੇ ਹੁੰਦਾ, ਖਾਲਸਾ ਜੀ ਗੁਰੂ ਘਰ ਕੋਈ ਸੰਗਤ ਸੁਣ ਲੈਂਦੀ, ਕਿੰਨੀ ਦੂਰ ਤੱਕ ਆਵਾਜ਼ ਜਾਂਦੀ ਹੈ, ਸੁਣ ਸੁਣ ਕੇ ਬੜਿਆਂ ਦਾ ਕਲਿਆਣ ਹੋ ਜਾਂਦਾ। ਮਹਾਰਾਜ ਕਹਿੰਦੇ ਕੀਰਤਨ ਤਾਂ ਹੈ ਭਾਈ ਵਰਸ਼ਾ ਬੱਦਲਾਂ ਦੀ ਵਰਗਾ, ਤੇ ਜਿਹੜੀ ਗੁਰਬਾਣੀ ਇਕੱਲੇ ਨੇ ਪੜ੍ਹ ਲੈਣੀ ਉਹ ਖੂਹ ਦੇ ਜਲ ਵਰਗਾ, ਵੀ ਆਪਾਂ ਆਪਦਾ ਤਾਂ ਕਲਿਆਣ ਕਰ ਸਕਦੇ, ਕੋਈ ਸੁਣ ਲੈ ਗੱਲ ਵੱਖਰੀ, ਪਰ ਕੀਰਤਨ ਤਾਂ ਮੱਲੋ ਮੱਲੀ ਸੁਣਨ ਨੂੰ ਦਿਲ ਕਰਦਾ ਹੈ ਨਾ। ਤੋ ਗਰੀਬ ਨਵਾਜ ਕਹਿੰਦੇ ਕੀਰਤਨ ਤਾਂ ਹੈ ਭਾਈ ਖੂਹ ਦਾ, ਵਾਹਿਗੁਰੂ ਆਪਣਾ ਅਸਮਾਨ ਦਾ ਜਲ ਜਿਹੜਾ ਹੈ ਬੱਦਲਾਂ ਦਾ। ਹੁਣ ਤੁਸੀਂ ਕਥਾ ਦਾ ਫਲ ਸੁਣੋ ਭਾਈ, ਜਿਹੜਾ ਭਾਰੀ ਫਲ ਹੈ। ਝਰੀ ਲਾਗ ਜਿਵੇਂ ਬਰਖਤ ਜਲ ਹੈ। ਮਹਾਰਾਜ ਕਹਿੰਦੇ ਕਥਾ ਜਿਹੜੀ ਹੈ ਗੁਰਬਾਣੀ ਦੀ, ਉਹ ਐ ਆ ਵੀ ਜਿਵੇਂ ਝੜੀ ਲੱਗ ਜਾਂਦੀ ਤੇ ਜਲ ਵਰਦਾ ਹੀ ਰਹਿੰਦਾ ਲਗਾਤਾਰ, ਕਿੰਨੇ ਕਿੰਨੇ ਦਿਨ ਕਿਣਮਿਣ ਹੁੰਦੀ ਰਹਿੰਦੀ ਹੈ। ਥਿਮਕ ਥਿਮਕ ਬੂੰਦਾਂ ਜੇ ਪਰਹੀ। ਜਿਵੇਂ ਥਿਮਕ ਥਿਮਕ ਕੇ ਹੌਲੀ ਹੌਲੀ ਝੜੀ ਵਿੱਚ ਬਰੀਕ ਕਣੀ ਦੀ ਬਾਰਿਸ਼ ਬੂੰਦ ਪੈਂਦੀ ਹੈ। ਸਭ ਆਪਣੇ ਮਹਿ ਧਰਣੀ ਧਰਹੀ। ਤੇ ਜਿੰਨਾ ਮੀਂਹ ਪੈਂਦਾ ਉਹ ਪਾਸੇ ਨਹੀਂ ਜਾਂਦਾ। ਜਿਹੜੀ ਖਾਲਸਾ ਜੀ ਬਰੀਕ ਕਣੀ, ਜਦੋਂ ਰੋੜਵਾਂ ਮੀਂਹ ਪੈਂਦਾ ਉਹ ਤਾਂ ਨਾਲੀਆਂ ਨੂੰ ਤੁਰ ਪੈਂਦਾ ਨਾ, ਪਰ ਝੜੀ ਦੇ ਵਿੱਚ ਰੋੜ ਨਹੀਂ ਪੈਂਦਾ, ਜਿੰਨੀ ਕੁ ਕਣੀ ਡਿੱਗਦੀ ਧਰਤੀ ਨਾਲ ਦੀ ਨਾਲ ਹੀ ਪੀਂਦੀ ਜਾਂਦੀ ਹੈ। ਬਾਦ ਨਾ ਜਾਤ ਪਰ ਹੈ ਜਲ ਜੋ। ਜਿੰਨਾ ਵੀ ਜਲ ਪੈਂਦਾ ਧਰਤੀ ਤੇ ਬਰੀਕ ਕਣੀ ਦਾ, ਝੜੀ ਦਾ ਮੀਂਹ ਜਿੰਨਾ ਪੈਂਦਾ ਉਹ ਵਿਅਰਥ ਨਹੀਂ ਜਾਂਦਾ, ਧਰਤੀ ਸਭ ਨਾਲ ਦੀ ਨਾਲ ਸੋਖ ਲੈਂਦੀ ਹੈ। ਖੇਤੀ ਕੋ ਸੁਖਦਾਇਕ ਸੋਏ। ਤੇ ਖੇਤੀ ਨੂੰ ਵੀ ਬੜਾ ਸੁਖ ਦੇਣ ਵਾਲਾ ਇਹ ਬਾਰਿਸ਼ ਹੁੰਦੀ ਬਰੀਕ ਕਣੀ ਦੀ। ਤੈਸੇ ਸਮਝਾ ਤੈਸੇ ਸਮਝਵਾਨ ਸਿੱਖ ਜੇਈ। ਤੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ ਜਿਹੜੇ ਸਮਝ ਵਾਲੇ ਕੋਈ ਸਿਆਣੇ ਸਿੱਖ ਹਨ, ਕਥਾ ਕੀਰਤਨ ਕਰਦੇ ਸੇਈ। ਉਹ ਕਥਾ ਕੀਰਤਨ ਕਰਦੇ, ਵੀ ਕਥਾ ਵੀ ਕਰਦੇ ਆ ਕੀਰਤਨ ਵੀ, ਦੋਵਾਂ ਦਾ ਹੀ, ਵੀ ਜ਼ਰੂਰੀ ਨਹੀਂ ਵੀ ਇਕੱਲੀ ਕਈ ਕੀਰਤਨ ਹੀ ਸੁਣਨਾ ਜਾਂ ਕੀਰਤਨ ਹੀ ਕਰਨਾ, ਤੇ ਇਹ ਵੀ ਨਹੀਂ ਹੈ ਵੀ ਇਕੱਲੀ ਕਥਾ ਹੀ ਸੁਣਨੀ ਜਾਂ ਕਰਨੀ ਹੈ। ਮਹਾਰਾਜ ਕਹਿੰਦੇ ਸਿਆਣੇ ਸਿੱਖ ਜਿਵੇਂ ਝੜੀ ਦੀ ਵੀ ਲੋੜ ਹੁੰਦੀ ਹੈ ਤੇ ਮੋਹਲੇ ਧਾਰ ਵਰਖਾ ਦੀ ਵੀ ਲੋੜ ਹੁੰਦੀ ਹੈ। ਤੋ ਇਸ ਤਰ੍ਹਾਂ ਉਹ ਜਾਂ ਇੱਕ ਪ੍ਰਮਾਣ ਖਾਲਸਾ ਜੀ ਦਿੰਦੇ ਹੈ, ਜਿਹੜੀ ਕੀਰਤਨ ਹੁੰਦਾ ਹੈ ਇਹ ਮੋਹਲੇ ਧਾਰ ਵਰਖਾ ਹੈ। ਤੇ ਜਿਹੜਾ ਕੀਰਤਨ ਜਦੋਂ ਸਾਧ ਸੰਗਤ ਜੀ ਮੋਹਲੇ ਧਾਰ ਵਰਸ਼ਾ ਪੈਂਦੀ ਆ ਨਾ, ਤੇ ਜਿੰਨਾ ਚਿੱਕੜ ਹੁੰਦਾ ਗੰਦ ਫਰਸ਼ਾਂ ਤੇ ਚੜਿਆ, ਫਿਰ ਸਾਰਾ ਹੀ ਰੋੜ ਕੇ ਲੈ ਜਾਂਦੀ, ਐਨ ਧਰਤੀ ਨਿਖਰ ਆਉਂਦੀ ਹੈ। ਤੇ ਪਰ ਟਿੱਬਿਆਂ ਤੇ ਪੱਥਰਾਂ ਦੇ ਵਿੱਚ ਤਾਂ ਨਹੀਂ ਨਾ ਸਿੱਲ ਆਉਂਦੀ ਤੇਜ਼ ਮੋਹਲੇ ਧਾਰ ਵਰਸ਼ਾ ਨਾਲ। ਇਸ ਤਰ੍ਹਾਂ ਖਾਲਸਾ ਜੀ ਜਦੋਂ ਕੀਰਤਨ ਹੁੰਦਾ ਹੈ ਨਾ, ਮੋਹਲੇ ਧਾਰ ਵਰਸ਼ਾ ਵਰਗਾ, ਪਰ ਇਹ ਸਾਰਾ ਸਾਂਭਿਆ ਨਹੀਂ ਜਾਂਦਾ ਹੁੰਦਾ। ਤੋ ਜਿੰਨਾ ਕੁ ਸਮਝ ਪੈਂਦੀ ਆਪਾਂ ਸੁਣ ਸੁਣ ਕੇ ਇਹਦੇ 'ਚ ਵਸਾਈ ਜਾਂਦੇ ਹਾਂ। ਤੇ ਨਾਲ ਵੀ ਉਹ ਮਨ ਦੇ ਜਿਹੜੇ ਪਾਪ ਹੁੰਦੇ, ਜਿਵੇਂ ਤੇਜ਼ ਬਾਰਿਸ਼ ਦੇ ਨਾਲ ਚਿੱਕੜ ਰੁੜਦਾ, ਮਨ 'ਚੋਂ ਪਾਪ ਕੀਰਤਨ ਸੁਣ ਕੇ ਬੜੀ ਛੇਤੀ ਰੁੜਦੇ ਆ, ਪਰ ਮਨ ਨਰਮ ਨਹੀਂ ਹੁੰਦਾ। ਜਿਹੜੀ ਕਥਾ ਹੈ ਉਹ ਬਰੀਕ ਕਣੀ ਦਾ ਮੀਂਹ ਜਿਵੇਂ ਝੜੀ ਲੱਗਦੀ ਹੈ, ਝੜੀ ਦੇ ਵਿੱਚ ਇਹ ਸਿਫਤ ਹੈ ਉਹ ਪੱਥਰਾਂ ਵਿੱਚ ਵੀ ਸਲਾਬ ਆ ਜਾਂਦੀ ਹੈ, ਤੇ ਉੱਚੇ ਟਿੱਬੇ ਵੀ ਸਿੱਲ ਫੜ ਜਾਂਦੇ ਆ। ਜਿਹੜੇ ਉੱਚੇ ਟਿੱਬਿਆਂ ਦੀ ਨਿਆਈ ਖਾਲਸਾ ਜੀ ਸਾਡੇ ਮਨ ਹੰਕਾਰੇ ਹੋਇਆ ਨਾ, ਕਥਾ ਬਰੀਕ ਕਣੀ ਦਾ ਮੀਂਹ ਹੈ ਵੀ ਜਿਵੇਂ ਧਰਤੀ ਤੇ ਡਿੱਗਦਿਆਂ ਸਾਰ ਧੁਰ ਤੱਕ ਵਸ ਜਾਂਦੀ ਹੈ ਕਣੀ, ਬਰੀਕ ਪਾਸੇ ਨਹੀਂ ਜਾਂਦੀ। ਕਥਾ ਜਦੋਂ ਹੋਵੇਗੀ ਉਹ ਧੁਰ ਤੱਕ ਸਾਡਾ ਰਿਦਾ ਧਰਤੀ ਹੈ, ਇਹਦੇ ਵਿੱਚ ਜਦੋਂ ਕਥਾ ਦੀ ਕੋਈ ਬੂੰਦ ਡਿੱਗੇਗੀ ਫਿਰ ਧੁਰ ਤੱਕ ਉਹ ਮਾਰ ਕਰਦੀ ਹੈ, ਐਨ ਅੰਦਰ ਤੱਕ ਇੱਕ ਇੱਕ ਸ਼ਬਦ ਦੀ ਸਮਝ ਪੈ ਜਾਂਦੀ ਹੈ। ਤੋ ਮਹਾਰਾਜ ਕਹਿੰਦੇ ਜਿਹੜੇ ਕੋਈ ਸਿਆਣੇ ਸਿੱਖ ਹੈ ਕਥਾ ਤੇ ਕੀਰਤਨ ਦੋਵਾਂ ਦਾ ਸਹਾਰਾ ਲੈਂਦੇ ਹਨ। ਸੁਣਹਿ ਮਮੋਛੀ ਹਿਰਦੈ ਧਾਰ ਹੈ। ਤੇ ਕਥਾ ਕੀਰਤਨ ਸੁਣਦੇ ਹੋਏ ਮੁਕਤੀ ਦੀ ਇੱਛਾ ਹਿਰਦੇ ਵਿੱਚ ਧਾਰਦੇ ਰੱਖਦੇ ਆ। ਗੁਣ ਨ ਵਧਾਏ ਵਿਕਾਰ ਨਿਕਾਰ ਹੈ। ਤੇ ਗੁਣਾਂ ਨੂੰ ਵਧਾਉਂਦੇ ਆ,
ਤੇ ਵਿਕਾਰ ਜਿਹੜੇ ਹੁੰਦੇ ਵਿਸ਼ੇ ਉਹਨਾਂ ਦਾ ਨਾਸ਼ ਕਰ ਦਿੰਦੇ ਆ, ਛੱਡ ਦਿੰਦੇ ਹਨ। ਹਿਰਦੇ ਵਿਚਾਰ ਹੈ ਨਿਰਨੋ ਕਰੈ। ਗੁਰਬਾਣੀ ਸੁਣ ਕੇ ਕਥਾ ਤੇ ਹਿਰਦੇ ਵਿੱਚ ਨਿਰਣਾ ਕਰਦੇ ਗੁਰਬਾਣੀ ਵਿਚਾਰਦੇ ਹਨ। ਆਤਮ ਗਿਆਨ ਭਲੇ ਉਰ ਤੇ ਤਰੈ। ਆਤਮਾ ਦਾ ਗਿਆਨ ਫਿਰ ਚੰਗੀ ਤਰ੍ਹਾਂ ਹਿਰਦੇ ਵਿੱਚ ਧਾਰ ਲੈਂਦੇ ਵੈ। ਕਥਾ ਕੀਰਤਨ ਦੋਨੋਂ ਮਿਲੇ। ਕਥਾ ਤੇ ਕੀਰਤਨ ਜਦੋਂ ਦੋਵੇਂ ਇਕੱਠੇ ਮਿਲ ਜਾਂਦੇ ਆ, ਸ਼ੋਭਾ ਪਾਵਤ ਅਤ ਹੀ ਭਲੇ। ਉਦੋਂ ਫਿਰ ਮਹਾਰਾਜ ਕਹਿੰਦੇ ਡਾਢੀ ਸੋਭਾ ਪੈਂਦੀ। ਜਦੋਂ ਕਥਾ ਕੀਰਤਨ ਦੋਵੇਂ ਮਿਲ ਜਾਣ ਫਿਰ ਮਹਾਰਾਜ ਕਹਿੰਦੇ ਕਿਆ ਬਾਤ ਭਾਈ, ਬਹੁਤ ਸੋਭਾ ਪੈ ਜਾਂਦੀ ਹੈ। ਕਥਾ ਵਧਾਵੈ ਮਹਾ ਮਹਾਤਮ। ਜਿਹੜੀ ਕਥਾ ਹੈ ਉਹ ਮਹਾਨ ਮਹਾਤਮ ਵਧਾਉਂਦੀ, ਬੜਾ ਫਲ ਵਧਾਉਂਦੀ ਹੈ, ਪੁੰਨ ਵੱਧ ਜਾਂਦੇ ਆ ਕਥਾ ਸੁਣਨ ਦੇ ਨਾਲ। ਕੀਰਤਨ ਸੁਣਤੇ ਸੁਧ ਹੋਏ ਆਤਮ। ਤੇ ਕੀਰਤਨ ਸੁਣਨ ਦੇ ਨਾਲ ਆਤਮਾ ਦੀ ਸੁੱਧ ਹੋ ਆਉਂਦੀ, ਜਾਂ ਆਤਮਾ ਕਹੀਏ ਮਨ ਜਿਹੜਾ ਉਹ ਸੁੱਧ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ, ਮਨ ਚੋਂ ਮੈਲ ਕੱਟੀ ਜਾਂਦੀ ਹੈ ਕੀਰਤਨ ਸੁਣਨ ਦੇ ਨਾਲ। ਤੇ ਕਥਾ ਸੁਣਨ ਦੇ ਨਾਲ ਜਿਹੜੇ ਆ ਉਹ ਜਿਹੜੇ ਗੁਣ ਵੱਧ ਜਾਂਦੇ ਆ, ਔਗਣ ਘਟ ਜਾਂਦੇ ਹਨ। ਜਬਹਿ ਕੀਰਤਨ ਕਰਹਿ ਭਲੇਰਾ। ਤੇ ਜਦੋਂ ਕੀਰਤਨ ਕੋਈ ਚੰਗੀ ਤਰ੍ਹਾਂ ਕਰਦਾ ਸੁੰਦਰ ਭਾਰੀ ਹੀ, ਹਰਖ ਵਧਾਵਹਿ ਬਹੁ ਮਨ ਕੇਰਾ। ਤਾਂ ਫਿਰ ਉਦੋਂ ਮਨ ਵਿੱਚ ਹਰਖ ਵੱਧ ਜਾਂਦਾ ਹੈ, ਬੜਾ ਭਾਰੀ ਖੁਸ਼ੀ ਪ੍ਰਾਪਤ ਹੁੰਦੀ, ਐਨ ਰੋਮ ਰੋਮ ਖਿੜ ਜਾਂਦਾ ਕੀਰਤਨ ਸੁਣਦਿਆਂ ਸਾਰ। ਜਥਾ ਮਾਤ ਪੁੱਤਰਨ ਤੇ ਛਾਜੈ। ਤਾਂ ਮਹਾਰਾਜ ਹੁਣ ਦੱਸਦੇ ਕਥਾ ਤੇ ਕੀਰਤਨ ਕੀ ਹੈ। ਜਿਵੇਂ ਮਾਂ ਆਪਣੇ ਪੁੱਤਰਾਂ ਕਰਕੇ ਸੋਭਾ ਪਾਉਂਦੀ ਹੈ, ਮਾਂ ਨੂੰ ਮਾਂ ਤਾਂ ਹੀ ਕੋਈ ਕਹਿੰਦਾ ਨਾ ਜੇ ਘਰ ਵਿੱਚ ਕੋਈ ਧੀ ਜਾਂ ਪੁੱਤ ਹੈ। ਮਹਾਰਾਜ ਕਹਿੰਦੇ ਪਹਿਲਾ ਪੂਤ ਪਛੈਰੀ ਮਾਈ, ਵੀ ਪਹਿਲਾਂ ਪੁੱਤ ਹੈ ਪਿੱਛੋਂ ਮਾਈ, ਵੀ ਪੁੱਤ ਜੰਮਿਆ ਤੇ ਉਹ ਮਾਂ ਬਣੀ ਹੈ ਨਾ, ਤਾਂ ਹੀ ਉਹਨੂੰ ਕੋਈ ਮਾਂ ਕਹਿੰਦਾ। ਤੋ ਗਰੀਬ ਨਵਾਜ ਕਹਿੰਦੇ ਜਿਵੇਂ ਮਾਂ ਸੋਭਾ ਪਾਉਂਦੀ ਆਪਦੇ ਪੁੱਤਰਾਂ ਦੇ ਕਰਕੇ, ਧੀਆਂ ਦੇ ਕਰਕੇ, ਤਥਾ ਕਥਾ ਕੀਰਤਨ ਤੇ ਰਾਜੈ। ਉਵੇਂ ਜਿਹੜੀ ਕਥਾ ਉਹ ਕੀਰਤਨ ਕਰਕੇ ਸੋਭਾ ਪਾਉਂਦੀ ਹੈ। ਕਥਾ ਕੀਰਤਨ ਕਰਕੇ ਉਹ ਸੋਭਦੀ ਜਿਵੇਂ ਮਾਂ ਪੁੱਤਰਾਂ ਕਰਕੇ ਸੋਭਾ ਪਾਉਂਦੀ ਹੈ। ਜਿਵੇਂ ਪੁੱਤਰਨ ਕੋ ਪਾਲਹਿ ਮਾਤਾ। ਤੇ ਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਪਾਲਦੀ ਬੁਰਕੀਆਂ ਦੇ ਲਾਡ ਲੜਾ ਕਰਕੇ, ਤਥਾ ਕਥਾ ਕੀਰਤਨ ਹਰ ਖਾਤਾ। ਤੇ ਇਸ ਤਰ੍ਹਾਂ ਕਥਾ ਜਿਹੜੀ ਉਹ ਕੀਰਤਨ ਨੂੰ ਖੁਸ਼ ਕਰਦੀ ਹੈ। ਸੁਣ ਬੋਲੇ ਸਿਖ ਹਮੈ ਬਤਾਵਹ। ਇਹ ਮਹਾਰਾਜ ਤੋਂ ਸੁਣ ਕੇ ਫਿਰ ਸਿੱਖ ਕਹਿੰਦੇ ਮਹਾਰਾਜ ਇੱਕ ਹੋਰ ਸਾਨੂੰ ਜਿਹੜਾ ਸੰਸਾ ਨਿਵਰਤ ਕਰੋ, ਦੱਸਣਾ ਕਰੋ ਜੀ। ਸੁਤ ਜਨਨੀ ਦ੍ਰਿਸ਼ਟਾਂਤ ਜਨਾਵਹ। ਵੀ ਤੁਸੀਂ ਸਾਨੂੰ ਪੁੱਤ ਤੇ ਮਾਂ ਪੁੱਤ ਦਾ ਦ੍ਰਿਸ਼ਟਾਂਤ ਹੁਣ ਦਿੱਤਾ, ਵੀ ਇੱਕ ਪੁੱਤ ਹੈ ਇੱਕ ਮਾਤਾ ਹੈ। ਕੀਰਤਨ ਪਿਤਾ ਕਥਾ ਪਤ ਕੌਣ। ਮਹਾਰਾਜ ਵੀ ਕੀਰਤਨ ਦਾ ਪਿਤਾ ਕੌਣ ਹੈ ਇਹ ਦੱਸੋ, ਤੇ ਕਥਾ ਦਾ ਖਸਮ ਮਾਲਕ ਕੌਣ, ਪਤੀ ਕੌਣ ਹੈ। ਸੋ ਭੀ ਵਰਣੋ ਹੋਇ ਜਾਨ। ਇਹ ਵੀ ਕਿਰਪਾ ਕਰਕੇ ਦੱਸਣਾ ਕਰੋ ਮਹਾਰਾਜ ਜੀ, ਵਰਣਨ ਕਰੋ ਜੀ। ਕਹਿਓ ਗੁਰੂ ਸੋ ਪ੍ਰੇਮ ਪਛਾਨਹ। ਤੋ ਮਹਾਰਾਜ ਹੱਸ ਕੇ ਕਹਿੰਦੇ ਗੁਰਮੁਖੋ, ਕੀਰਤਨ ਦਾ ਪਿਤਾ ਪ੍ਰੇਮ ਹੈ, ਪ੍ਰੇਮ ਕੀਰਤਨ ਦਾ ਪਿਤਾ ਹੈ, ਤੇ ਕਥਾ ਦਾ ਪਤੀ ਹੈ। ਕਥਾ ਦਾ ਘਰ ਵਾਲਾ ਪਤੀ ਹੈ ਪ੍ਰੇਮ, ਤੇ ਕੀਰਤਨ ਦਾ ਪਿਤਾ ਜਾਣਨਾ ਕਰੋ ਜੀ। ਕਥਾ ਕੀਰਤਨ ਪ੍ਰੇਮ ਜੇ ਠਾਨਹ। ਕਿਉਂਕਿ ਮਹਾਰਾਜ ਨੇ ਆਖਿਆ ਸੀ ਨਾ ਵੀ ਕਥਾ ਮਾਂ ਆ ਤੇ ਕੀਰਤਨ ਪੁੱਤ ਹੈ। ਤੋ ਕਹਿੰਦੇ ਮਹਾਰਾਜ ਜੇ ਕਥਾ ਮਾਂ ਆ, ਕੀਰਤਨ ਪੁੱਤ ਹੈ, ਤੇ ਕੀਰਤਨ ਦਾ ਪਿਤਾ ਤੇ ਕਥਾ ਦਾ ਪਤੀ ਕੌਣ ਹੈ। ਮਹਾਰਾਜ ਕਹਿੰਦੇ ਭਾਈ ਪ੍ਰੇਮ ਹੈ। ਪ੍ਰੇਮ ਦੇ ਨਾਲ ਹੀ ਜਿਹੜਾ ਵੈ ਉਹ ਸਭ ਕੁਝ ਪੈਦਾ ਹੁੰਦਾ। ਤੋ ਕਥਾ ਕੀਰਤਨ ਪ੍ਰੇਮ ਜੇ ਠਾਨਹੁ। ਜੇ ਪ੍ਰੇਮ ਸਹਿਤ ਕੋਈ ਕਥਾ ਕਰੇ, ਕੋਈ ਕੀਰਤਨ ਗਾਉਣਾ ਕਰੇਗਾ। ਪ੍ਰੇਮ ਹੋਏ ਸ਼ੋਭਤ ਹੈ ਦੋਏ। ਜੇ ਇਹਦੇ ਵਿੱਚ ਪ੍ਰੇਮ ਹੈ ਫੇਰ ਹੀ ਕਥਾ ਸ਼ੋਭਦੀ ਹੈ, ਤੇ ਫੇਰ ਹੀ ਕੀਰਤਨ ਸ਼ੋਭਾ ਪਾਉਂਦਾ ਹੈ। ਜਿਸ ਤੇ ਮਹਾ ਮਹਾਤਮ ਹੋਏ। ਤੇ ਇਹ ਉਹ ਕਥਾ ਕੀਰਤਨ ਹੈ ਜਿਹਦੇ ਨਾਲ ਬਹੁਤ ਭਾਰੀ ਫਲ ਪ੍ਰਾਪਤ ਹੁੰਦਾ ਹੈ। ਸੁਣ ਸਤਿਗੁਰ ਕੋ ਦਵਾਇ ਉਪਦੇਸ਼। ਇਹ ਦੋ ਉਪਦੇਸ਼ ਮਹਾਰਾਜ ਦੇ ਇਹਨਾਂ ਨੇ ਜਦੋਂ ਸੁਣੇ ਆ, ਕੀਰਤਨ ਲਾਗੇ ਕਰਨ ਹਮੇਸ਼। ਤੇ ਹਮੇਸ਼ਾ ਕੀਰਤਨ ਕਰਨ ਲੱਗ ਪਏ ਆ। ਫਿਰ ਇਹ ਪਹਿਲਾਂ ਤਾਂ ਕੀਰਤਨ ਨਹੀਂ ਸਨ ਕਰਦੇ, ਪਰ ਰਾਗ ਵਿਦਿਆ ਪੜ੍ਹੇ ਸੀ। ਫਿਰ ਇਹ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਹੁਣ ਕੀਰਤਨ ਕਰਦੇ ਹਨ। ਮਹਾ ਪ੍ਰੇਮ ਤੇ ਸ਼ਬਦ ਸੁਗਾਵੈ। ਤੇ ਬੜੇ ਸ਼ਬਦ ਗਾਉਂਦੇ ਆ ਗੁਰਬਾਣੀ ਦੇ, ਹਿਰਦੇ ਵਿੱਚ ਪ੍ਰੇਮ ਧਾਰ ਕਰਕੇ। ਨਹੀਂ ਕਾਮਨਾ ਕੋਈ ਉਠਾਵੈ। ਤੇ ਮਨ ਵਿੱਚ ਕੋਈ ਕਾਮਨਾ, ਕੋਈ ਸੰਕਲਪ ਫੁਰਨਾ ਨਹੀਂ ਉਠਾਉਂਦੇ ਹੈ ਵੀ ਸਾਨੂੰ ਇੰਨੀ ਮਾਇਆ ਚਾਹੀਦੀ ਤੇ ਆਹ ਕੁਝ। ਹੁਣ ਤਾਂ ਸਾਧ ਸੰਗਤ ਜੀਓ ਕੀਰਤਨ ਦੀ ਵੀ ਭੇਟਾ ਬੰਨੀ ਆ ਤੇ ਕਥਾ ਦੀ ਵੀ ਭੇਟਾ ਬੰਨੀ ਹੋਈ ਆ। ਕਹਿੰਦੇ ਜੇ ਇੰਨੇ ਲੈਣੇ ਆ ਫੇਰ ਕਥਾ ਕਰਨੀ ਹੈ,
ਤੇ ਇੰਨੇ ਲੈਣੇ ਤੇ ਫਿਰ ਕੀਰਤਨ ਕਰਨਾ। ਪਰ ਵਾਸਤਵ ਵਿੱਚ ਖਾਲਸਾ ਜੀ ਨਾ ਤਾਂ ਕਥਾ ਦੀ ਭੇਟਾ ਕੋਈ ਤੇ ਨਾ ਕੀਰਤਨ ਦੀ ਭੇਟਾ। ਇਹਦੀ ਭੇਟਾ ਬਾਂਝ ਨਹੀਂ ਹੁੰਦੀ ਇਹਦੀ ਕੋਈ। ਪਰ ਹੁਣ ਉਹ ਜਿਹੜਾ ਅਜੋਕੇ ਸਮੇਂ ਦੇ ਵਿੱਚ ਐਸਾ ਹੋ ਰਿਹਾ, ਜਿਵੇਂ ਅੱਗੇ ਆ ਪੁਰਾਣਾ ਸਮੇਂ 'ਚ ਸੰਪਰਦਾ ਕਥਾ ਕਰਦੀ ਰਹੀ, ਉਹਨਾਂ ਪੁੱਛਣਾ ਵੀ ਕੀ ਭੇਟਾ ਕੀ ਲੈਣੀ, ਕਹਿੰਦੇ ਵੀ ਸਾਡੇ ਸਿੰਘਾਂ ਨੂੰ ਇੱਥੋਂ ਲੈ ਜਾਓ ਇਸ ਪਿੰਡ ਤੋਂ ਜਿੱਥੇ ਪਹਿਲਾਂ ਕਥਾ ਕਰਦੇ ਹਾਂ, ਅਤੇ ਸੰਗਤ ਇਕੱਲਾ ਖਾਣ ਪੀਣ ਦਾ ਅਤੇ ਲੀੜੇ ਕੱਪੜੇ ਦਾ ਪ੍ਰਬੰਧ ਕਰ ਛੱਡੇ, ਲੈਣਾ ਦੇਣਾ ਕੱਖ ਨਹੀਂ। ਉਹ ਨਾਲੇ ਵਿਦਿਆਰਥੀ ਵਿੱਦਿਆ ਪੜ੍ਹੀ ਜਾਂਦੇ ਹੁੰਦੇ ਸੀ, ਸੰਗਤ ਨੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਨਗਰਾਂ ਨੇ ਕਰ ਛੱਡਣਾ, ਅਤੇ ਵਸਤਰ ਆਦਿਕ ਦਾ ਜਿਹੜਾ ਪ੍ਰਬੰਧ ਉਹ ਨਗਰਾਂ ਨੇ ਕਰ ਛੱਡਣਾ ਜਦੋਂ ਕਿਰਿਆ ਬਣਨੀ। ਅਤੇ ਉਹ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਤੋਂ ਇਸੇ ਤਰ੍ਹਾਂ ਗਿਆਨੀ ਮੋਹਨ ਸਿੰਘ ਜੀ, ਗਿਆਨੀ ਸੁੰਦਰ ਸਿੰਘ ਜੀ, ਇਹਨਾਂ ਸਤਿਪੁਰਖਾਂ ਨੇ ਕਥਾ ਪੜ੍ਹੀ ਪੜ੍ਹਾਈ ਜਾਣੀ ਅੱਗੇ ਦੀ ਅੱਗੇ, ਅਤੇ ਉਹ ਫਿਕਰ ਨਗਰ ਨੂੰ ਸੰਗਤਾਂ ਨੂੰ ਹੁੰਦਾ ਸੀ। ਉੱਥੋਂ ਜਦੋਂ ਕਥਾ ਪੂਰੀ ਹੋਣੀ ਅਤੇ ਜਦੋਂ ਅਗਲੇ ਪਿੰਡ ਦਾ ਸਮਾਂ ਹੋ ਜਾਣਾ ਵੀ ਉੱਥੇ 8-10 ਮਹੀਨਾ ਕਥਾ ਹੈ, ਕੋਈ 15 ਦਿਨ, ਉਹ ਨਗਰ ਵਾਲਿਆਂ ਵੀ ਆ ਜਾਣਾ ਗੱਡੇ ਲੈ ਕੇ। ਉਹਨਾਂ ਸਮਿਆਂ ਵਿੱਚ ਬਾਅਦ ਵਿੱਚ ਸੰਤ ਗੁਰਬਚਨ ਸਿੰਘ ਵੇਲੇ ਆ ਜਿਹੜਾ ਟਰੈਕਟਰ ਟਰਾਲੀਆਂ ਲੈ ਲੈ ਕੇ ਆਉਂਦੇ ਰਹੇ, ਉਹਨਾਂ ਦਾ ਸਾਰਾ ਪੋਥੀਆਂ ਚੁੱਕਣੀਆਂ ਅਤੇ ਉੱਥੇ ਸਿੰਘਾਂ ਨੇ ਅਤੇ ਸੰਤਾਂ ਸਮੇਤ ਚੜ੍ਹ ਕੇ ਅਤੇ ਅਗਲੇ ਪਿੰਡ ਜਾ ਬਹਿਣਾ। ਉੱਥੇ ਵਾਰ-ਵਾਰ ਡੇਰਾ ਲਾ ਲੈਣਾ ਅਤੇ ਕਈ ਦਿਨ ਫਿਰ ਖਾਲਸਾ ਜੀ ਪਿੰਡ ਵਿੱਚ ਕਥਾ ਹੋਣੀ। ਗੁਜ਼ਾਰੇ ਜੋਗੀ ਜਿਹੜੀ ਵਾ ਰੋਟੀ ਰਸਤਾ ਆਦਿਕ ਉਸ ਸੰਗਤ ਨੇ ਹਾਜ਼ਰ ਕਰ ਛੱਡਣੀ, ਉੱਥੋਂ ਉਹਨਾਂ ਕੁ ਖਾ ਲੈਣਾ, ਨਾਲ ਕੁਝ ਨਹੀਂ ਅਤੇ ਉਹਨੇ ਨੂੰ ਫਿਰ ਅੱਗੇ ਤੁਰ ਪੈਣਾ ਕਰਨਾ। ਇਹ ਰਵਾਇਤ ਰਹੀ, ਜਿਹਨੂੰ ਦਮਦਮੀ ਟਕਸਾਲ ਨੂੰ ਖਾਲਸਾ ਜੀ ਖਾਲਸਾ ਪੰਥ ਦੀ ਚੱਲਦੀ ਫਿਰਦੀ ਯੂਨੀਵਰਸਿਟੀ ਦਾ ਖਿਤਾਬ ਮਿਲਿਆ। ਤੋਂ 500 ਹਜ਼ਾਰ ਸਿੰਘ ਮਹਾਂਪੁਰਖਾਂ ਦੇ ਨਾਲ ਵਿੱਦਿਆ ਪੜ੍ਹਨ ਵਾਲੇ ਰਹਿੰਦੇ ਸਨ। ਤੋ ਉਹ ਇੱਥੇ ਉਹ ਦੱਸ ਰਹੇ, ਮਹਾਰਾਜ ਸਤਿਗੁਰੂ ਗਰੀਬ ਨਵਾਜ ਦੇ ਉਪਦੇਸ਼ ਲੈਣ ਮਗਰੋਂ ਕਵੀ ਜੀ ਕਹਿੰਦੇ, ਇਹਨਾਂ ਨੇ ਕਦੀ ਮਨ ਵਿੱਚ ਫੁਰਨਾ ਨਹੀਂ ਉਠਾਇਆ ਵੀ ਸਾਨੂੰ ਇੰਨੀ ਮਾਇਆ ਚਾਹੀਦੀ ਹੈ ਕਥਾ ਵਾਸਤੇ, ਕੀਰਤਨ ਵਾਸਤੇ। ਨਿਸ਼ਕਾਮ ਸੇਵਾ ਕੀਤੀ, ਕੋਈ ਕਾਮਨਾ ਨਹੀਂ, ਫੁਰਨਾ ਨਹੀਂ ਕੀਤਾ ਹੈ। ਪਰਾਲਬਧ ਕਰ ਜੋ ਕਿਛ ਪਾਏ, ਵੀ ਇਹ ਸੀ ਇੱਛਾ ਵੀ ਜੋ ਸਾਡੇ ਕਰਮਾਂ 'ਚ ਹੈ ਪ੍ਰਾਲਬਧ ਹੈ ਉਹ ਸਾਨੂੰ ਮਿਲ ਜਾਣਾ ਹੈ। ਕਿਰਿਆ ਦੇਹ ਕੀ ਸੋ ਨਿਭਾਏ, ਤੇ ਜਿੰਨਾ ਸੰਗਤ ਦੇ ਦਿੰਦੀ ਹੈ ਓਨੇ ਦੇ ਨਾਲ ਆਪਣੇ ਸਰੀਰ ਦੀ ਕਿਰਿਆ, ਕੋਈ ਲੀੜਾ ਕੱਪੜਾ ਤੇ ਪ੍ਰਸ਼ਾਦਾ ਪਾਣੀ ਛਕ ਛੱਡਦੇ ਆ। ਕਰ ਹੈ ਭਾਉ ਸਿੱਖ ਸੰਗਤ ਦੇਤ, ਪਰ ਸੰਗਤ ਵੀ ਘੱਟ ਨਹੀਂ ਕਰਦੀ। ਇਹ ਜਦੋਂ ਇਸ ਤਰ੍ਹਾਂ ਨਿਸ਼ਕਾਮ ਸੇਵਾ ਕੀਰਤਨ ਕਥਾ ਕਰਦੇ ਆ ਤੇ ਸੰਗਤਾਂ ਵੀ ਇਹਨਾਂ ਨੂੰ ਪ੍ਰੇਮ ਕਰਦੀਆਂ, ਤੇ ਨਾਲੇ ਜਿੰਨੀ ਕੋਈ ਪੁੱਜਸਾਰ ਹੈ ਮਾਇਆ ਵੀ ਤੇ ਹੋਰ ਰਸਤਾਂ ਵੀ ਤੁਰੀਆਂ ਆਉਂਦੀਆਂ ਹਨ। ਕਰ ਗੁਜਰਾਨ ਆਪਣੀ ਲੇਤ, ਉਸ ਰਸਤ ਦੇ ਨਾਲ ਵਸਤਰਾਂ ਨਾਲ ਆਪਣਾ ਪਰਿਵਾਰ ਦਾ ਗੁਜ਼ਾਰਾ ਕਰੀ ਜਾਂਦੇ ਹਨ। ਕੀਰਤਨ ਕਰਤ ਰਹਿ ਨਿਸ਼ਕਾਮ, ਇਸ ਤਰ੍ਹਾਂ ਖਾਲਸਾ ਜੀ ਇਹਨਾਂ ਗੁਰਮੁਖਾਂ ਨੇ, ਭਾਈ ਝਾਂਝ ਮੁਕੰਦਾ ਕਿਦਾਰਾ ਜੀਆਂ ਨੇ ਮਹਾਰਾਜ ਦਾ ਉਪਦੇਸ਼ ਮੰਨ ਕੇ ਨਿਸ਼ਕਾਮ ਕੀਰਤਨ ਦੀ ਸੇਵਾ ਕੀਤੀ ਹੈ। ਬਾਬਾ ਸ਼ਾਮ ਸਿੰਘ ਜੀ ਹੋਏ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਡੇਰਾ ਉਹਨਾਂ ਦਾ, ਜਿਹੜੀ ਅੰਮ੍ਰਿਤ ਵੇਲੇ ਦੇਗ ਆਉਂਦੀ ਹੈ ਨਾ ਹਰਿਮੰਦਰ ਸਾਹਿਬ, ਵੱਡਾ ਕੜਾਇਆ ਭਰ ਕੇ ਉਹ ਬਾਬਾ ਸ਼ਾਮ ਸਿੰਘ ਦੇ ਡੇਰੇ ਤੋਂ ਪਹਿਲਾਂ ਆਉਂਦੀ ਹੈ। ਉਹਨਾਂ 60 ਸਾਲ ਖਾਲਸਾ ਜੀ ਦਰਬਾਰ ਸਾਹਿਬ ਨਿਸ਼ਕਾਮ ਕੀਰਤਨ ਕੀਤਾ ਅਤੇ 1 ਰੁਪਈਆ ਨਹੀਂ ਮੰਗਿਆ ਕਦੇ। ਅਤੇ ਹੁਣ ਪੁੱਛ ਕੇ ਵੇਖੋ, ਕਹਿੰਦੇ ਜੀ ਬਾਂਝ ਬੰਨੀ ਆ ਜੀ 15,000 ਜਾਂ 11,000। 60 ਸਾਲ ਖਾਲਸਾ ਜੀ ਬਾਬਾ ਸ਼ਾਮ ਸਿੰਘ ਵਰਗਿਆਂ ਮਹਾਂਪੁਰਖਾਂ ਨੇ ਕੀਰਤਨ ਕੀਤਾ ਨਿਸ਼ਕਾਮ, ਮਾਇਆ ਨਹੀਂ ਕਦੇ ਲਈ, ਨਾ ਇੱਛਾ ਕੀਤੀ। ਇਹੋ ਜਿਹੇ ਗੁਰਮੁਖ ਵੀ ਹੋਏ ਹੈ। ਤੋ ਮਹਾਰਾਜ ਕਹਿੰਦੇ, ਕਵੀ ਜੀ ਕਹਿੰਦੇ, ਇਸ ਤਰ੍ਹਾਂ ਭਾਈ ਫਿਰ ਬੜਾ ਪ੍ਰੇਮ ਕਰਕੇ ਪਾਤਸ਼ਾਹ ਦੀ ਹੁਕਮ ਮੰਨ ਕੇ ਦਇਆ ਬੜੀ ਸਤਿਗੁਰਾਂ ਦੀ ਹੋਈ ਹੈ, ਨਿਸ਼ਕਾਮ ਕੀਰਤਨ ਤੇ ਕਥਾ ਕਰਦੇ ਹੈ, ਆਨੰਦ ਮਾਣਦੇ ਹਨ। ਗੁਰ ਸੇਵਾ ਲਹਿ ਪਦ ਅਭਿਰਾਮ, ਤੇ ਗਰੀਬ ਨਵਾਜ ਦੀ ਸੇਵਾ 'ਚੋਂ ਬੜਾ ਸੁੰਦਰ ਪਦਵੀ, ਉੱਚ ਪਦਵੀ ਬ੍ਰਹਮ ਗਿਆਨੀਆਂ ਗੁਰਮੁਖਾਂ ਵਾਲਾ ਉੱਚਾ ਅਹੁਦਾ ਪ੍ਰਾਪਤ ਕੀਤਾ। ਇਹ ਖਾਲਸਾ ਜੀ ਗਰੀਬ ਨਵਾਜ ਮਹਾਰਾਜ ਦੇ ਘਰ ਵਿੱਚ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਉਹ ਬਿਰਦ ਸੁਆਮੀ ਸੰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਜੋ ਕਲਿਆਣ ਕੀਤੀ ਸਿੱਖਾਂ ਦੀ, ਅਧਿਕਾਰੀ ਵੇਖ ਮਹਾਰਾਜ ਨੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤੇ। ਇਹ ਕਥਾ ਆਪ ਜੀ ਦੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਦੀ ਖਿਮਾ ਗਰੀਬ ਨਵਾਜ ਆਪਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਰਹਿ ਭਾਉ ਸਿੱਖ ਸੰਗਤ ਦੇਤ, ਕਰ ਗੁਜਰਾਨ ਆਪਣੀ ਲੇਤ। ਕੀਰਤਨ ਕਰਤ ਰਹਿ ਨਿਸ਼ਕਾਮ, ਗੁਰ ਸੇਵਾ ਲਹਿ ਪਦ ਅਭਿਰਾਮ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।